देखो इतना बड़ा बूटा जड़ा ना बनया है एक पौधे तो बनया जड़ा कि ये समझो कि इतना छोटा सीगा कि हार्डली 2-3 सेंटीमीटर छोटा सीगा पौधा। ਇਹਨੂੰ ਕਿੰਨਾ ਕੁ ਟਾਈਮ ਲੱਗਦਾ ਹੈ ਜਦੋਂ ਕਿਸਾਨ ਲਾਉਂਦਾ ਹੈ? 85 ਦਿਨ ਦੇ ਵਿੱਚ ਚੰਗਾ ਝਾੜ ਦੇ ਦਿੰਦੀ ਇਹ ਜਿਹੜਾ ਨਾ ਤਕਰੀਬਨ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਅਲੱਗ-ਅਲੱਗ ਲੈਬਾਰਟਰੀਆਂ ਤੋਂ ਰੇਟ ਹੈਗਾ ਇਹਨਾਂ ਦਾ। ਤੁਸੀਂ ਇਹਨੂੰ ਮਾਰਕੀਟ 'ਚ ਜਾ ਕੇ ਵੇਚਦੇ ਹੋ ਤੇ ਕਿੰਨਾ ਕੁ ਮੁਨਾਫਾ ਜਿਹੜਾ ਹੈ ਤੁਸੀਂ ਕਮਾ ਲੈਂਦੇ ਹੋ? ਅੱਛਾ, ਸਾਡੇ ਦੇਖਣ ਵਾਲਿਆਂ ਨੂੰ ਦੱਸ ਦਿਓ, ਕਿਉਂਕਿ ਇਹ ਸੈਟਅਪ ਪੂਰਾ ਜਲੰਧਰ ਦੇ ਕੋਲ ਹੀ ਹੈ, ਤੇ ਜਲੰਧਰੋਂ ਕਿੱਥੋਂ ਸੋਇਲ ਟੈਸਟ ਕਰਾ ਸਕਦਾ ਜੇ ਕੋਈ ਕਿਸਾਨ ਕਰਾਉਣਾ ਹੋਵੇ? ਸੈਂਪਲ ਸਿਟਰਸ ਲੈਬ ਤੋਂ ਟੈਸਟ ਕਰਦੇ ਨੇ ਔਰ ਤੁਹਾਨੂੰ ਆਨਲਾਈਨ ਰਿਪੋਰਟ ਵੀ ਦੇ ਦਿੰਦੇ ਨੇ। ਹੁਣ ਉਹ ਵੈਰਾਈਟੀ ਅਸੀਂ ਦੇਖ ਰਹੇ ਹਾਂ ਜਿਹੜੀ ਫ੍ਰੈਂਚ ਫਰਾਈਜ਼ ਦੇ ਲਈ ਬਹੁਤ ਮਸ਼ਹੂਰ ਹੈ ਦੁਨੀਆ ਭਰ ਦੇ ਵਿੱਚ। ਬੇਰੀਆਂ ਜਿਹੜੀਆਂ ਲੱਗੀਆਂ ਨੇ, ਇਹ ਕਿਹੜੀ ਕੁਆਲਿਟੀ ਦੀਆਂ ਬੇਰੀਆਂ ਨੇ? ਕਿਉਂਕਿ ਹੁਣ ਇੱਥੇ ਮੈਨੂੰ ਲੱਗਦਾ ਕਿ ਪੁੰਗਾਇਰ ਸ਼ੁਰੂ ਹੋਇਆ ਇਹ ਐਕਚੁਅਲੀ ਚ ਨਾ ਐਪਲ ਬੇਰ ਹੈ, ਇੱਕ ਥਾਈ ਵੈਰਾਈਟੀ ਹੈ। ਜਦੋਂ ਹੁਣ ਮੰਡੀ ਦੇ ਵਿੱਚ ਸਾਰੀਆਂ ਫਸਲਾਂ ਇੱਕਦਮ ਸਾਰੀ ਫਸਲ ਇੱਕਦਮ ਪਹੁੰਚਦੀ ਹੈ ਤੇ ਉਹਦਾ ਰੇਟ ਨਹੀਂ ਹੁੰਦਾ। ਇਹਦੇ ਵਿੱਚ ਤੁਸੀਂ ਕੀ ਹੈ ਕਿ ਥੋੜਾ ਜਿਹਾ ਅਗੇਤੀ ਪਛੇਤੀ ਕਰ ਸਕਦੇ ਹੋ। 2 ਲੱਖ ਰੁਪਏ ਦਾ ਖੀਰਾ ਹੋ ਜਾਂਦਾ, ਜਿਹੜੀ ਤੁਹਾਡਾ ਖਰਚਾ ਹੁੰਦਾ ਤਕਰੀਬਨ 50-60 ਹਜ਼ਾਰ ਦਾ ਹੁੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਅੰਨਦਾਤਾ ਲੈ ਕੇ ਮੈਂ ਹਾਜ਼ਰ ਹਾਂ ਔਰ ਅੱਜ ਦੀ ਕੜੀ ਦੇ ਵਿੱਚ ਅਸੀਂ ਪਹੁੰਚੇ ਹਾਂ ਜਲੰਧਰ ਦੇ ਇੱਕ ਪਿੰਡ ਜਿਹਦਾ ਨਾਮ ਹੈ ਚਿੱਟੀ। ਇੱਥੇ ਇੱਕ ਖਾਸ ਇਨਸਾਨ ਹੈ ਜਾਂ ਕਹਾਂ ਕਿ ਖਾਸ ਕਿਸਾਨ ਹੈ ਜਿਹੜਾ ਸਿਰਫ ਤੇ ਸਿਰਫ 2 ਏਕੜ ਦੇ ਵਿੱਚ ਮਿਸ਼ਰਤ ਖੇਤੀ ਕਰਕੇ ਲੱਖਾਂ ਕਰੋੜਾਂ ਦਾ ਮੁਨਾਫਾ ਕਮਾ ਰਿਹਾ। ਇਹ ਮੁਨਾਫਾ ਕਿਵੇਂ ਕਮਾਇਆ ਜਾ ਰਿਹਾ ਔਰ ਉਹ ਡ੍ਰਿਪ ਇਰੀਗੇਸ਼ਨ ਕਰਕੇ ਪਾਣੀ ਨੂੰ ਵੀ ਸੰਜਮ ਤਰੀਕੇ ਨਾਲ ਵਰਤ ਰਿਹਾ। ਮੇਰੇ ਪਿੱਛੇ ਸ਼ੈੱਡ ਹਾਊਸ ਹੈ ਔਰ ਸ਼ੈੱਡ ਹਾਊਸ ਦੇ ਵਿੱਚ ਕੀ ਹੁੰਦਾ ਹੈ ਔਰ ਕਿਵੇਂ ਦੁੱਗਣਾ ਤਿੱਗਣਾ ਮੁਨਾਫਾ ਜਿਹੜਾ ਹੈ ਸਿਰਫ 2 ਏਕੜ 'ਚੋਂ ਕਮਾਇਆ ਜਾ ਰਿਹਾ, ਇਹ ਸਭ ਕੁਝ ਜਾਣਾਂਗੇ। ਤਾਂ ਫਿਰ ਚੱਲਦੇ ਹਾਂ ਜੀ ਆਰ.ਕੇ. ਅਰੋੜਾ ਹੁਣਾਂ ਦੇ ਕੋਲ ਤੇ ਪੁੱਛਦੇ ਹਾਂ ਉਹਨਾਂ ਦਾ ਰਾਜ ਕੀ ਹੈ ਇੰਨੇ ਮੁਨਾਫੇ ਦਾ। ਇੱਥੇ ਡਬਲ ਡੋਰ ਐਂਟਰੀ ਆ। ਇੱਕ ਡੋਰ ਜਿਹੜੀ ਆ ਸਾਡੇ ਪਿੱਛੇ ਆ ਔਰ ਇੱਕ ਡੋਰ ਜਿਹੜੀ ਹੈ ਉਹ ਇੱਥੇ ਆ। ਇਹ ਡਬਲ ਡੋਰ ਐਂਟਰੀ ਇਸ ਕਰਕੇ ਆ ਕਿ ਕੋਈ ਜਿਹੜਾ ਕਹਿ ਲਓ ਕਿ ਕੀੜ ਪਤੰਗਾ ਜਿਹੜਾ ਹੈ ਉਹ ਡਾਇਰੈਕਟ ਜਿਹੜਾ ਹੈ ਇਸ ਸ਼ੈੱਡ ਹਾਊਸ ਦੇ ਅੰਦਰ ਆ ਨਾ ਸਕੇ, ਨੁਕਸਾਨ ਨਾ ਪਹੁੰਚਾ ਸਕੇ। ਇਸ ਕਰਕੇ ਇਸ ਨੂੰ ਡਬਲ ਐਂਟਰੀ ਜਿਹੜੀ ਹੈ ਉਹ ਦਿੱਤੀ ਹੋਈ ਹੈ। ਇਹ ਹੈ ਪੂਰਾ ਸੈਟਅਪ ਔਰ ਸੈਟਅਪ ਦੇ ਵਿੱਚ ਕੀ ਰੱਖਿਆ ਹੈ, ਕਿਵੇਂ ਡ੍ਰਿਪ ਇਰੀਗੇਸ਼ਨ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਆਲੂ ਸੀਡਸ ਜਿਹੜੇ ਨੇ ਵੱਖਰੀ ਵੈਰਾਈਟੀ ਦੇ ਲਾਏ ਹੋਏ ਨੇ ਇਸ ਸ਼ੈੱਡ ਹਾਊਸ ਦੇ ਅੰਦਰ। ਤੇ ਅਸੀਂ ਆਰ.ਕੇ. ਅਰੋੜਾ ਸਾਹਿਬ ਨੂੰ ਲੱਭ ਰਹੇ ਹਾਂ ਕਿ ਫਿਰ ਚੱਲਦੇ ਹਾਂ ਉਹਨਾਂ ਦੇ ਕੋਲ ਤੇ ਪੁੱਛਦੇ ਹਾਂ ਕਿ ਕਿਵੇਂ ਜਿਹੜਾ ਹੈ ਪੂਰਾ ਪ੍ਰੋਸੈਸ ਜਿਹੜਾ ਹੈ ਉਹ ਕਰਦੇ ਨੇ। ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਰ ਕਾਫੀ ਬਿਜ਼ੀ ਲੱਗਦੇ ਹੋ, ਮੈਨੂੰ ਲੱਗਦਾ ਕਿ ਤੁਸੀਂ ਇਸ ਟਾਈਮ, ਕਿਉਂਕਿ ਜਿਹੜੇ ਤੁਹਾਡੇ ਇੱਥੇ ਸੀਡਸ ਲੱਗੇ ਹੋਏ ਨੇ ਔਰ ਉਸ ਤੋਂ ਬਾਅਦ ਉੱਧਰ ਜਾਈਏ ਤੇ ਉੱਧਰ ਵੀ ਕਾਫੀ ਜਿਹੜੀ ਫਸਲ ਤਿਆਰ ਹੋ ਗਈ ਹੈ। ਅੱਛਾ, ਪਹਿਲਾਂ ਤਾਂ ਦੱਸੋ ਇਹ ਪੂਰਾ ਸਿਸਟਮ ਹੈ ਕਿ ਜਿਹੜੀ ਪੂਰਾ ਗ੍ਰੀਨਰੀ ਜਿਹੜੀ ਹੈ ਜਾਂ ਇਹ ਕਹਿ ਲਓ ਕਿ ਜਿਹੜਾ ਆਲੂ ਦੀ ਫਸਲ ਹੈ ਇਹ ਕਿਵੇਂ ਤਿਆਰ ਕਰਦੇ ਹੋ? ਅਸੀਂ ਆਲੂ ਦਾ ਨਾ ਮਿਨੀ ਟਿਊਬਰ ਤਿਆਰ ਕਰਦੇ ਹਾਂ। ਐਕਚੁਅਲੀ ਇਹ ਸੀਡ ਵਾਸਤੇ ਇਸਤੇਮਾਲ ਕਰਦਾ। ਸੀਡ ਦੇ ਵਿੱਚ ਅਲੱਗ-ਅਲੱਗ ਸਟੇਜਿਸ ਹੁੰਦੀਆਂ ਨੇ, G0 ਤੋਂ ਲੈ ਕੇ G6 ਤੱਕ 6 ਤੱਕ ਸਟੇਜਿਸ ਹੁੰਦੀਆਂ ਨੇ। ਪਰ ਇਹ ਜਿਹੜਾ ਸ਼ੁਰੂਆਤੀ ਬੀਜ ਅਸੀਂ ਜਿਹੜਾ ਪੈਦਾ ਕਰਦੇ ਹਾਂ ਇਹ ਟਿਸ਼ੂ ਕਲਚਰ ਪੌਦਿਆਂ ਤੋਂ ਪੈਦਾ ਕਰਦੇ ਹਾਂ। ਟਿਸ਼ੂ ਕਲਚਰ ਦੇ ਪੌਦੇ ਤਕਰੀਬਨ 12-15 ਰੁਪਏ ਦਾ ਵੀ ਪੌਦਾ ਜਿਹੜਾ ਨਾ 10 ਤੋਂ 15 ਰੁਪਏ ਤੱਕ ਦਾ ਇੱਕ ਪੌਦਾ ਆਉਂਦਾ ਹੈਗਾ ਅਤੇ ਵਾਇਰਸ ਤੋਂ ਫਰੀ ਹੁੰਦਾ, ਵਾਇਰਸ ਟੈਸਟਿਡ ਹੁੰਦੇ ਨੇ ਉਹਦੇ 'ਚੋਂ। ਅਤੇ ਉਸ ਪੌਦੇ ਨੂੰ ਅਸੀਂ ਇਹ ਲਗਾ ਕੇ, ਤੁਸੀਂ ਦੇਖੋ ਇਤਨਾ ਵੱਡਾ ਬੂਟਾ ਜਿਹੜਾ ਨਾ ਬਣਿਆ ਹੈ ਇੱਕ ਪੌਦੇ ਤੋਂ ਬਣਿਆ ਜਿਹੜਾ ਕਿ ਇਹ ਸਮਝੋ ਕਿ ਇਤਨਾ ਛੋਟਾ ਸੀਗਾ ਕਿ ਹਾਰਡਲੀ 2-3 ਸੈਂਟੀਮੀਟਰ ਛੋਟਾ ਸੀਗਾ ਪੌਦਾ। ਅੱਛਾ ਡਾਕਟਰ ਸਾਹਿਬ, ਇਹਨਾਂ ਨੂੰ ਫਿਰ ਡਾਇਰੈਕਟ ਤੁਸੀਂ ਜ਼ਮੀਨ ਦੇ ਵਿੱਚ ਹੀ ਲਾਉਂਦੇ ਹੋ ਜਾਂ ਫਿਰ ਨਹੀਂ ਕੁਝ ਹੋਰ ਪ੍ਰੋਸੈਸ ਹੁੰਦਾ? ਮੀਡੀਅਮ ਬਣਾਇਆ ਦਾ, ਇੱਕ ਅੱਛਾ ਮੀਡੀਆ ਬਣਾਇਆ ਦਾ ਜਿਹਦੇ ਵਿੱਚ ਅਸੀਂ ਜਿਹੜਾ ਨਾ ਇੱਕ ਬੈਲੈਂਸਡ ਜਿਹੜੀ ਫਰਟੀਲਾਈਜ਼ਰਸ ਵੀ ਹੈ ਇਹਦੇ 'ਚ, ਜਿਹੜੀ ਪੋਰਾਸਿਟੀ ਵੀ ਹੈ, ਤੋ ਇਸ ਤਰੀਕੇ ਨਾਲ ਬਣਾਇਆ ਦਾ। ਅਤੇ ਇਹਨੂੰ ਉਹਦੇ ਵਿੱਚ ਅਸੀਂ ਲਗਾਉਂਦੇ ਹਾਂ ਅਤੇ ਫਿਰ ਇਹਨੂੰ ਜਿਹੜਾ ਨਾ ਪਾਲਦੇ ਹਾਂ ਬੂਟਿਆਂ ਨੂੰ।
ਔਰ ਇਹਨਾਂ 'ਚੋਂ ਅਸੀਂ ਟੈਸਟਿੰਗ ਇਹਨਾਂ ਦੀ ਕਰਦੇ ਹਾਂ, ਬਿਲਕੁਲ ਇਹਨਾਂ ਨੂੰ ਬਿਮਾਰੀ ਰਹਿਤ ਰੱਖਦੇ ਹਾਂ। ਫਿਰ ਇਹਨਾਂ ਦਾ ਜਿਹੜਾ ਬੀਜ ਬਣਦਾ ਉਹ ਬੀਜ ਜਿਹੜਾ ਨਾ ਸਾਡੇ ਤੋਂ ਜਿਹੜੇ ਨੇ ਕਿਸਾਨਾਂ ਨੂੰ ਦਿੰਦੇ ਹਾਂ, ਤਾਂ ਕਿ ਫਿਰ ਉਹਨਾਂ ਦੀ ਜਿਹੜੀ ਝਾੜ ਆ ਉਹਦੇ 'ਚੋਂ ਉਸ ਬੀਜ ਤੋਂ ਅੱਗੇ ਉਹਨੂੰ 3-4 ਸਾਲ ਇਸਤੇਮਾਲ ਕਰ ਸਕਦਾ, ਔਰ ਉਹਨਾਂ ਦਾ ਝਾੜ ਜਿਹੜਾ ਨਾ ਫਸਲ ਦਾ ਬਹੁਤ ਵਧੀਆ ਆਉਂਦਾ ਹੈਗਾ। ਅੱਛਾ, ਜਿਹੜੀ ਕੁਆਲਿਟੀ ਦੀ ਗੱਲ ਕਰੀਏ ਤਾਂ ਤੁਸੀਂ ਦੱਸ ਰਹੇ ਸੀ ਕਿ ਅਸੀਂ ਵੱਖਰੀ ਕੁਆਲਿਟੀ ਜਿਹੜੀ ਆ ਉਹ ਲਗਾ ਰੱਖੀ ਹੈ। ਇਹ ਜਿਹੜੀ ਤੁਹਾਡੇ ਹੱਥ 'ਚ ਇਸ ਟਾਈਮ ਹੈ, ਇਹ ਕਿਹੜੀ ਕੁਆਲਿਟੀ ਹੈ? ਇਹ ਵੈਰਾਈਟੀ ਹੈ ਜੀ, ਇਹ ਕੁਫਰੀ ਹਿਮਾਲਣੀ। ਕੁਫਰੀ ਹਿਮਾਲਣੀ ਜਿਹੜੀ ਇਹ ਵੈਰਾਈਟੀ ਹੈ, ਜਿਹੜੀ ਪਹਿਲੇ ਕੁਫਰੀ ਜੋਤੀ ਵੈਰਾਈਟੀ ਇੱਥੇ ਬੜੀ ਆਮ ਹੁੰਦੀ ਸੀਗੀ, ਹੁਣ ਜੋਤੀ ਦੇ ਵਿੱਚ ਕਰੈਕਿੰਗ ਆਉਂਦੀ ਹੈ। ਅਤੇ ਇਹ ਜੋਤੀ ਦਾ ਇੱਕ ਕਿਸਮ ਦਾ ਵਿਕਲਪ ਹੈ, ਇੱਕ ਆਲਟਰਨੇਟਿਵ ਹੈ। ਅਤੇ ਇਹ ਜਿਹੜੀ ਬੰਗਾਲ ਦੇ ਵਿੱਚ ਬੜੀ ਸਕਸੈਸਫੁਲ ਹੈ, ਕਰਨਾਟਕਾ 'ਚ ਸਕਸੈਸਫੁਲ ਹੈ। ਅਤੇ ਆਲੂ ਫਟਦਾ ਨਹੀਂ ਹੈ, ਔਰ ਆਲੂ ਜਿਹੜਾ ਨਾ ਇਹਦਾ ਕਾਫੀ ਅੱਛਾ ਝਾੜ ਦਿੰਦਾ, ਜੋਤੀ ਤੋਂ ਵੀ ਵੱਧ ਕੇ ਝਾੜ ਦਿੰਦਾ। ਅਤੇ ਇਸ ਕਰਕੇ CPR ਨੇ ਨਵੀਂ ਵੈਰਾਈਟੀ ਜਿਹੜੀ ਇਹ ਬਣਾਈ ਹੈਗੀ ਹੈ। ਅਤੇ ਡਾਕਟਰ ਸਾਹਿਬ, ਜਿਵੇਂ ਆਪਾਂ ਕਹਿੰਦੇ ਸੀ ਜੋਤੀ ਨੂੰ ਥੋੜ੍ਹਾ ਟਾਈਮ ਲੱਗਦਾ ਸੀ ਕਿ ਉਹ ਕੁਝ ਕੁ ਮਹੀਨਿਆਂ ਦੇ ਵਿੱਚ ਜਿਹੜਾ ਸੀ ਤਿਆਰ ਹੋ ਜਾਂਦੀ ਸੀ ਫਸਲ, ਇਹਨੂੰ ਕਿੰਨਾ ਕੁ ਟਾਈਮ ਲੱਗਦਾ ਹੈ ਜਦੋਂ ਕਿਸਾਨ ਲਾਉਂਦਾ ਹੈ? ਨਹੀਂ, ਟਾਈਮ ਦੇਖੋ, ਸਾਰੀਆਂ ਇਹ ਵੈਰਾਈਟੀਆਂ ਤਕਰੀਬਨ 100 ਤੋਂ 110 ਦਿਨ ਲੈਂਦੀਆਂ ਨੇ ਅਗਰ ਪੂਰਾ ਝਾੜ ਲੈਣਾ ਹੋਏ। ਬਾਕੀ ਜਿਹੜੀਆਂ ਨਾ ਸ਼ਾਰਟ ਡਿਊਰੇਸ਼ਨ ਵੈਰਾਈਟੀ ਜਾਂ ਘੱਟ ਟਾਈਮ ਲੈਣ ਵਾਲੀਆਂ ਵੈਰਾਈਟੀਆਂ ਵੀ ਹਨ। ਪੁਖਰਾਜ ਜਿਹੜੀ ਵੈਰਾਈਟੀ ਹੈ ਉਹ ਤਕਰੀਬਨ 70 ਦਿਨ ਦੇ ਵਿੱਚ ਜਿਹੜਾ ਨਾ ਅੱਛਾ ਝਾੜ ਦਿੰਦੀ ਹੈ, 60-70 ਦਾ। ਜੋਤੀ ਵੀ ਬਹੁਤਾ ਟਾਈਮ ਨਹੀਂ ਲੈਂਦੀ, 80-85 ਦਿਨਾਂ 'ਚ ਦੇ ਦਿੰਦੀ ਹੈ। ਔਰ ਇਹ ਵੀ ਜਿਹੜੀ 80-85 ਦਿਨ ਦੇ ਵਿੱਚ ਖੇਤ ਦੇ ਵਿੱਚ ਜਦੋਂ ਆਪਾਂ ਵੱਡੇ ਟਿਊਬਰ ਲਾਉਂਦੇ ਹਾਂ, 80-85 ਦਿਨ ਦੇ ਵਿੱਚ ਚੰਗਾ ਝਾੜ ਦੇ ਦਿੰਦੀ ਹੈ। ਇਹ ਤਾਂ ਹੋ ਗਿਆ ਸੀ ਜਿਹੜੀ ਜੋਤੀ ਹੈ। ਇਸ ਤੋਂ ਇਲਾਵਾ ਹੋਰ ਕੋਈ ਜਿਹੜਾ ਆਪਣੇ ਕੋਲ ਕਿਹੜੀ ਵੈਰਾਈਟੀ ਹੈ? ਹੋਰ ਆਪਾਂ ਕੋਲ ਜਿਹੜੀਆਂ ਵੈਰਾਈਟੀਆਂ ਜਿਹੜੀਆਂ ਨੇ ਅਲੱਗ-ਅਲੱਗ ਵੈਰਾਈਟੀਆਂ ਲਗਾਈ ਦੀਆਂ ਨੇ। ਇਹ ਜਿਹੜੀ ਹੈ ਕੁਫਰੀ ਮੋਹਨ ਵੈਰਾਈਟੀ ਹੈ, ਇੱਕ ਨਵੀਂ ਵੈਰਾਈਟੀ ਹੈ ਕੁਫਰੀ ਮੋਹਨ ਜੀ। ਅੱਛਾ, ਕੁਫਰੀ ਮੋਹਨ ਵੈਰਾਈਟੀ ਜਿਹੜੀ ਹੈ, ਇਹ ਜਿਹੜੀ ਹੈ ਪੁਖਰਾਜ ਨੂੰ ਇੱਕ ਕਿਸਮ ਦਾ ਉਹਦਾ ਮਤਲਬ ਰਿਪਲੇਸ ਕਰੇਗੀ ਇਹਨੂੰ। ਅਤੇ ਇਹ ਬਹੁਤ ਅੱਛਾ, ਇਹਦਾ ਝਾੜ ਬੜਾ, ਇਹਦਾ ਨੰਬਰ ਜਿਹੜਾ ਨਾ ਆਲੂ ਦਾ ਕਾਫੀ ਜ਼ਿਆਦਾ ਹੁੰਦਾ। ਅਤੇ ਇਹ ਜਿਹੜੀ ਹੁਣ ਕਾਫੀ ਪਾਪੂਲਰ ਹੋ ਰਹੀ ਹੈ ਫਾਰਮਰਸ ਦੇ ਵਿੱਚ। ਹੁਣ ਆਸੇ ਪਾਸੇ ਜਿਹੜੇ ਕਿਸਾਨ ਇਹਨੂੰ ਬੜੇ ਮੰਗ ਹੋ ਰਹੀ ਇਹਦੀ, ਅਤੇ ਆਪਾਂ ਹੁਣ ਇਹਦੀ ਬਣਾ ਰਹੇ ਹਾਂ, ਬੀਜ ਬਣਾ ਰਹੇ ਹਾਂ। ਅੱਛਾ, ਇਹ ਜਦੋਂ ਕਿੰਨੇ ਸਿਆੜ ਲਾਏ ਹੋਏ ਨੇ ਤੁਸੀਂ ਇਸ ਬੀਜ ਦੇ? ਅਸੀਂ ਇਹ ਤਕਰੀਬਨ ਜਿਹੜੇ ਟਿਸ਼ੂ ਕਲਚਰ ਦੇ ਪੌਦੇ ਆਉਂਦੇ ਨੇ ਉਹਨਾਂ ਨੂੰ ਤਕਰੀਬਨ ਅਸੀਂ 1 ਫੁੱਟ ਅਤੇ 15 ਸੈਂਟੀਮੀਟਰ ਦੇ ਫਾਸਲੇ 'ਤੇ ਲਾਉਂਦੇ ਹਾਂ। 1 ਫੁੱਟ ਮਤਲਬ ਲਾਈਨ ਤੋਂ ਲਾਈਨ ਦਾ, ਅਤੇ 10 ਤੋਂ 15 ਸੈਂਟੀਮੀਟਰ ਪੌਦੇ ਤੋਂ ਪੌਦੇ ਦਾ ਫਾਸਲਾ ਰੱਖਦੇ ਹਾਂ। ਅਤੇ ਉਹਦੇ ਵਿੱਚ ਫਿਰ ਜਿਹੜੇ ਨੇ ਮਤਲਬ ਸਹੀ ਜਿਹੜੀ ਪ੍ਰੋਡਕਸ਼ਨ ਜਿਹੜੀ ਹੈ ਟਿਊਬਰਸ ਦੀ ਸਹੀ ਪ੍ਰੋਡਕਸ਼ਨ ਆਉਂਦੀ ਹੈ ਮਿਨੀ ਟਿਊਬਰਸ ਦੀ। ਅੱਛਾ, ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਟਿਸ਼ੂ ਲੈਂਦੇ ਹੋ ਤਾਂ ਬਹੁਤ ਮਹਿੰਗਾ ਹੁੰਦਾ, ਕੀ ਪ੍ਰਾਈਸ ਹੁੰਦਾ ਟਿਸ਼ੂ ਦਾ, ਔਰ ਕਿੰਨੇ ਟਿਸ਼ੂ ਜਿਹੜੇ ਆ ਤੁਸੀਂ ਮੰਗਵਾਏ ਸੀਗੇ ਜਦੋਂ ਲਾਏ ਸੀ ਇੱਥੇ? ਹਾਂਜੀ, ਲੇਕਿਨ ਇਹ ਕਾਫੀ ਮਹਿੰਗਾ ਰਹਿੰਦਾ ਵੈਸੇ ਕੰਮ। ਇਹ ਜਿਹੜਾ ਨਾ ਤਕਰੀਬਨ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਅਲੱਗ-ਅਲੱਗ ਲੈਬਾਰਟਰੀਆਂ ਤੋਂ ਰੇਟ ਹੈਗਾ ਇਹਨਾਂ ਦਾ, ਜਿਹੜਾ ਟਿਸ਼ੂ ਕਲਚਰ ਪੌਦੇ ਦਾ। ਜਿਸ ਤਰ੍ਹਾਂ ਹੁਣ ਹਾਰਟੀਕਲਚਰ ਡਿਪਾਰਟਮੈਂਟ ਤੋਂ ਆਪਾਂ ਲੈਂਦੇ ਹਾਂ 12 ਰੁਪਏ ਦਾ ਪੌਦਾ ਲੈਂਦੇ ਹਾਂ। ਹੁਣ ਇਹ 12 ਰੁਪਏ ਦਾ ਪੌਦਾ ਲਿਆ ਸੀਗਾ ਅਸੀਂ, ਜਿਹੜਾ ਇਹ ਹੈ ਪੁਖਰਾਜ ਹੈ, ਇਹ ਅਗਲੀ ਵੈਰਾਈਟੀ। ਇਹ ਉਹਨਾਂ ਤੋਂ ਹਾਰਟੀਕਲਚਰ ਵਾਲਿਆਂ ਤੋਂ ਆਈ ਹੈ, ਹਿਮਾਲਣੀ ਉਹਨਾਂ ਤੋਂ ਆਈ ਹੈਗੀ ਹੈ, ਆਪਣੇ ਧੋਗੜੀ ਫਾਰਮ ਤੋਂ ਆਈ ਹੈਗੀ ਹੈ। ਅਤੇ ਉਹ ਉੱਥੋਂ ਤੋਂ ਟਿਸ਼ੂ ਕਲਚਰ ਪੌਦੇ ਲੈਣੇ, 12 ਰੁਪਏ ਦਾ ਇੱਕ ਪੌਦਾ ਲਿਆ। ਹੁਣ ਇਹਦੇ ਜਿਹੜੇ ਆਲੂ ਪੈਦਾ ਹੋਣੇ ਨੇ ਇਹ ਵਾਇਰਸ ਫ੍ਰੀ ਹੁੰਦੇ ਨੇ, ਔਰ ਇਹਦੇ ਤਕਰੀਬਨ 8-9 ਆਲੂ ਪੈਦਾ ਹੋ ਜਾਂਦੇ ਨੇ। ਔਰ ਹਰ ਇੱਕ ਆਲੂ ਤਕਰੀਬਨ 7 ਰੁਪਏ ਤੋਂ ਲੈ ਕੇ 8 ਰੁਪਏ 10 ਰੁਪਏ ਤੱਕ ਜਿਹੜਾ ਨਾ ਇਹਦੀ ਸੇਲ ਹੁੰਦੀ ਹੈਗੀ ਹੈ, ਔਰ ਕਾਫੀ ਡਿਮਾਂਡ ਦੇ ਵਿੱਚ ਹੁੰਦਾ। ਐਡਵਾਂਸ ਬੁਕਿੰਗ ਹੀ ਇਹਨਾਂ ਦੀ ਚੱਲਦੀ ਹੈਗੀ। ਹਾਂਜੀ। ਅੱਛਾ, ਇਹਦੀ ਇੰਨੀ ਕਿਉਂ ਮੰਗ ਹੈ? ਜਿਵੇਂ ਅਸੀਂ ਦੱਸਦੇ ਸੀ ਕਿ ਇਹਦੀ ਇੰਨੀ ਕਿਉਂ ਮੰਗ ਹੈ, ਕਿਉਂਕਿ ਇੰਡਸਟਰੀ ਦਾ ਹੁੰਦਾ ਹੈ ਜਾਂ ਕਿਹੜੇ ਪ੍ਰੋਡਕਟ ਜ਼ਿਆਦਾ ਯੂਜ਼ ਬਣਦੇ ਨੇ ਇਹਦੇ ਤੋਂ? ਆਲੂ ਜਿਹੜਾ ਨਾ, ਆਲੂ ਜਿਹੜੀ ਫਸਲ ਹੈ ਨਾ, ਇਹ ਐਕਚੁਅਲੀ ਦੇ ਵਿੱਚ ਆਲੂ ਜਿਹੜਾ ਨਾ ਕੰਧ ਤੋਂ ਕੰਧ ਹੀ ਅੱਗੇ ਚੱਲਦਾ, ਮਤਲਬ ਆਲੂ ਤੋਂ ਆਲੂ ਹੀ ਲਗਾਉਂਦੇ ਆ। ਇਹਦਾ ਜਿਹੜਾ ਨਾ ਅਸਲੀ ਬੀਜ ਜਿਹੜਾ ਟਰੂ ਸੀਡ ਹੁੰਦਾ, ਜਿਹੜਾ ਉਹ ਬੀਜ ਨਹੀਂ ਹੁੰਦਾ, ਉਹ ਬੀਜ ਤੋਂ ਨਹੀਂ ਕਰਦੇ। ਅਤੇ ਆਲੂ ਤੋਂ ਆਲੂ ਜਿਹੜਾ ਨਾ ਅੱਗੇ ਫਸਲ ਲੈਂਦੇ ਹਾਂ। ਜਦੋਂ ਆਲੂ ਤੋਂ ਆਲੂ ਫਸਲ ਲੈਂਦੇ ਹਾਂ ਅਤੇ ਉਹ ਕੀ ਹੁੰਦਾ ਕਿ ਇਹਦੀ ਕੁਆਲਿਟੀ ਜਿਹੜੀ ਹੈ ਖੇਤ ਦੇ ਵਿੱਚ ਘਟਦੀ ਜਾਂਦੀ ਹੈ। ਵਾਇਰਸਿਸ ਜਿਹੜੇ ਨੇ ਇਹਦੇ 'ਚ ਆਉਂਦੇ ਜਾਂਦੇ ਨੇ। ਹੁਣ ਦੇਖੋ ਜਿਸ ਤਰ੍ਹਾਂ ਕਰੋਨਾ ਵਾਇਰਸ ਆ ਜੀ, ਇਸ ਤਰੀਕੇ ਦਾ ਹੀ ਹੁਣ ਵਾਇਰਸ ਇਹਦੇ ਪੋਟੈਟੋ ਦੇ ਵਿੱਚ 50 ਕਿਸਮ ਦੇ ਵਾਇਰਸ ਹੁੰਦੇ ਨੇ, ਅਤੇ 4-5 ਕਿਸਮ ਦੇ ਐਸੇ ਵਾਇਰਸ ਹੈ। ਪੋਟੈਟੋ ਵਾਇਰਸ X S, ਪੋਟੈਟੋ ਵਾਇਰਸ Y ਹੈ, ਪੋਟੈਟੋ ਲੀਫ ਰੋਲ ਵਾਇਰਸ ਹੈ, ਪੋਟੈਟੋ ਐਪੀਕਲ ਲੀਫ ਕਰਲ ਵਾਇਰਸ ਹੈ। ਤਾਂ ਇਹ ਕੀ ਕਰਦੇ ਨੇ, ਪੌਦਿਆਂ ਦੇ ਵਿੱਚ ਨਾ ਫੈਲਦੇ ਜਾਂਦੇ ਨੇ,
ਔਰ ਫਿਰ ਉਹਦਾ ਜਿਹੜਾ ਨਾ ਕੁਆਲਿਟੀ ਖਰਾਬ ਕਰ ਦਿੰਦੇ ਨੇ ਔਰ ਉਹਦੀ ਜਨਰੇਸ਼ਨ ਜਿਹੜੀ ਸਾਨੂੰ ਬਦਲਣੀ ਪੈਂਦੀ ਹੈ। ਅਤੇ ਉਸ ਕਰਕੇ ਨਾ ਜਿਹੜੀ ਅਗੇਤੀ ਜਨਰੇਸ਼ਨ ਦੀ ਜਿਹੜੀ ਹੈ ਨਾ ਹਮੇਸ਼ਾ ਹੀ ਮੰਗ ਹੁੰਦੀ ਹੈ। ਜਿਹੜੀ ਅਸੀਂ ਪ੍ਰੋਡਿਊਸ ਕਰਦੇ ਹਾਂ ਇਹ ਸਟਾਰਟਿੰਗ ਜਨਰੇਸ਼ਨ ਹੈ, G0 ਜਨਰੇਸ਼ਨ ਕਹਿੰਦੇ ਨੇ ਇਹਨੂੰ, ਪਹਿਲੀ ਜਨਰੇਸ਼ਨ ਕਹਿੰਦੇ G0। ਅਤੇ G0 ਜਿਹੜਾ ਨਾ ਬੇਸਿਕ ਹੈ ਉਹਨੂੰ ਲਗਾ ਕੇ ਫਿਰ G1 ਹੁੰਦੀ ਹੈ, G1 ਲਗਾ ਕੇ G2 ਪੈਦਾ ਹੁੰਦਾ, ਫਿਰ G2 ਦੀ ਜਿਹੜੀ ਹੁੰਦੀ ਹੈ ਪ੍ਰੋਡਿਊਸ ਉਹਨੂੰ ਬਰੀਡਰ ਸੀਡ ਕਹਿੰਦੇ ਨੇ ਜਿਹੜੀਆਂ ਉਹ ਬਰੀਡਰ ਸੀਡ ਹੁੰਦਾ। ਫਿਰ ਜਿਹੜਾ ਨਾ G3 ਜਿਹੜਾ ਹੁੰਦਾ ਉਹ ਫਾਊਂਡੇਸ਼ਨ 1 ਹੁੰਦਾ, G4 ਜਿਹੜਾ ਹੁੰਦਾ ਫਾਊਂਡੇਸ਼ਨ 2 ਹੁੰਦਾ, ਅਤੇ G5 ਜਿਹੜਾ ਸਰਟੀਫਾਈਡ 1 ਹੁੰਦਾ, G6 ਸਰਟੀਫਾਈਡ 2 ਹੁੰਦਾ। ਜਿਹੜਾ ਆਪਾਂ ਸਟੇਟ ਗੌਰਮੈਂਟਸ ਤੋਂ ਲੈਂਦੇ ਹਾਂ ਅਤੇ ਉਹ ਤਕਰੀਬਨ 5ਵੀਂ ਜਾਂ 6ਵੀਂ ਜਨਰੇਸ਼ਨ ਦਾ ਸਾਨੂੰ ਮਿਲਦਾ, ਅਤੇ ਉਹਨਾਂ ਦਾ ਝਾੜ ਵੀ ਜਿਹੜਾ ਨਾ ਥੋੜ੍ਹਾ ਘੱਟ ਹੁੰਦਾ ਔਰ ਉਹਦੇ 'ਚ ਵਾਇਰਸਿਸ ਵੀ ਬਹੁਤਾ ਅੱਗੇ ਚੱਲਦਾ ਨਹੀਂ ਵੀ ਉਹ। ਅਤੇ ਇਹ ਜਿਹੜਾ ਹੁੰਦਾ ਸ਼ੁਰੂਆਤੀ ਜਨਰੇਸ਼ਨ ਦਾ, ਅਤੇ ਇਹ ਤਕਰੀਬਨ ਆਪਾਂ ਪ੍ਰੋਟੈਕਟਿਡ ਸਟਰਕਚਰ ਦੇ ਵਿੱਚ ਹੀ ਲਗਾਉਂਦੇ ਹਾਂ ਤਾਂ ਕਿ ਬਾਹਰ ਤੋਂ ਕੋਈ ਕੀੜਾ ਜਿਹੜਾ ਨਾ ਜਿਹੜੇ ਵਾਇਰਸ ਫੈਲਾਉਂਦੇ ਨੇ ਉਹ ਨਾ ਆ ਸਕੇ। ਜਿਵੇਂ ਤੁਸੀਂ ਤੇ ਡਬਲ ਡੋਰ ਲਾ ਰੱਖਿਆ ਕਿ ਕੋਈ ਬਾਹਰ ਤੋਂ ਵੀ ਨਾ ਆਵੇ ਤੇ ਇੱਥੇ ਛੱਡਿਆ ਉਸੇ ਪੂਰਾ। ਅਸੀਂ ਜਿਹੜਾ ਨੈਟ ਵੀ ਬਣਾਇਆ ਇਹਦੇ 'ਚ 50 ਮੈਸ਼ ਹੈ, ਇਹਦੇ ਵਿੱਚੋਂ ਜਿਹੜਾ ਐਫਿਡ ਵੀ ਆਉਂਦਾ ਨਹੀਂ ਅਤੇ ਵਾਈਟ ਫਲਾਈ ਵੀ ਨਹੀਂ ਆ ਸਕਦੀ, ਕੁਛ ਵੀ ਨਹੀਂ ਇਹ 'ਚੋਂ ਇਨਸੈਕਟ ਆ ਸਕਦਾ, ਕਿਉਂਕਿ ਇਨਸੈਕਟ ਹੈ ਜਿਹੜੇ ਕਿ ਵਾਇਰਸ ਫੈਲਾਉਂਦੇ ਨੇ। ਤਾਂ ਉਹ ਆਪਾਂ ਇਨਸੈਕਟ ਦੀ ਐਂਟਰੀ 'ਚ ਰੋਕਦੇ ਹਾਂ ਔਰ ਉਹਦੇ ਬਾਅਦ ਵੀ ਜਿਹੜਾ ਨਾ ਇਹਦੇ 'ਤੇ ਵੀ ਆਪਾਂ ਜਿਹੜੇ ਇਨਸੈਕਟ ਬਣਨ ਨਹੀਂ ਦਿੰਦੇ ਇੱਥੇ ਕੋਈ ਵੀ, ਅਤੇ ਕਰਾਪ ਜਿਹੜੀ ਹੈ ਨਾ ਇਨਸੈਕਟ ਫਰੀ ਰੱਖਦੇ। ਇਸ ਕਰਕੇ ਇਹਦੀ ਜਿਹੜੀ ਹੈ ਨਾ ਜਿਹੜੀ ਕੁਆਲਿਟੀ ਮੇਨਟੇਨਡ ਰਹਿੰਦੀ ਹੈ। ਜੀ ਚਲੋ ਇਹ ਤਾਂ ਹੋਈ ਗੱਲ ਕੁਆਲਿਟੀ ਦੀ, ਪਰ ਜਦੋਂ ਤੁਸੀਂ ਇਹਨੂੰ ਮਾਰਕੀਟ 'ਚ ਜਾ ਕੇ ਵੇਚਦੇ ਹੋ ਤਾਂ ਕਿੰਨਾ ਕੁ ਮੁਨਾਫਾ ਜਿਹੜਾ ਹੈ ਤੁਸੀਂ ਕਮਾ ਲੈਂਦੇ ਹੋ? ਜੇ ਮੁਨਾਫੇ ਦੀ ਗੱਲ ਕਰੀਏ, ਕਿਉਂਕਿ ਅਖੀਰ ਗੱਲ ਉੱਥੇ ਮੁੱਕਦੀ ਹੈ ਕਿ ਸਾਨੂੰ ਮੁਨਾਫਾ ਬਹੁਤ ਜ਼ਰੂਰੀ ਹੈ, ਕਿਉਂਕਿ ਸੈਟਅਪ ਦੇ ਉੱਤੇ ਖਰਚਾ ਹੈ, ਕੁਛ ਚੀਜ਼ 'ਤੇ ਖਰਚਾ ਹੈ। ਮੁਨਾਫਾ ਕਿੰਨਾ ਕੁ ਹੈ? ਮੁਨਾਫਾ ਇਹਦੇ ਵਿੱਚ ਦੇਖੋ ਇਹ ਹਾਈ ਵੈਲਿਊ ਕਰਾਪ ਹੈ, ਹਾਈ ਵੈਲਿਊ ਕਰਾਪ ਹੈ, ਇਹਦੀ ਇਨਵੈਸਟਮੈਂਟ ਵੀ ਜਿਹੜੀ ਹੈ ਕਾਫੀ ਹੁੰਦੀ। ਹੁਣ ਇਹਦੇ ਵਿੱਚ ਜਿਹੜੀ ਹੈ ਇਹਨਾਂ ਹਰੀ ਦੇ ਵਿੱਚ ਜਿਹੜੇ ਨੇ ਕੋਈ 50-60 ਹਜ਼ਾਰ ਰੁਪਏ ਦੇ ਪੌਦੇ ਲੱਗੇ ਦੇ ਨੇ, ਲੇਕਿਨ ਇਹਦੇ 'ਚੋਂ ਤਕਰੀਬਨ 2-2.5 ਲੱਖ ਰੁਪਏ ਦਾ ਬੀਜ ਪੈਦਾ ਹੋ ਜਾਣਾ ਜਿਹੜੀ ਮਾਰਕੀਟ ਵੈਲਿਊ, ਅਤੇ ਮੁਨਾਫਾ ਤਾਂ ਹੈ ਹੀ ਹੈ ਇਹਦੇ ਵਿੱਚ। ਵਾਕਈ ਮੁਨਾਫਾ ਤਾਂ ਕਾਫੀ ਵੱਡਾ ਵੀ ਕਹਿ ਸਕਦੇ ਹਾਂ। ਅੱਛਾ, ਇਹ ਜਿਹੜਾ ਸੈਟਅਪ ਹੈ, ਜਿਵੇਂ ਹੁਣ ਆਪਾਂ ਸਿਆੜ ਕਰ ਲਈਏ ਤੇ ਕਿੰਨੇ ਕੁ ਏਰੀਆ ਦੇ ਵਿੱਚ ਹੋਣਗੇ ਸਿਆੜ ਜਿਹੜੇ? ਤੁਹਾਡਾ ਮਤਲਬ ਹੈ ਕਿ ਇਹ ਕਿੰਨੇ ਏਰੀਆ ਜਿਹੜਾ ਨਾ ਹੁਣ ਇਹ ਹੈ ਤਕਰੀਬਨ 28 ਮੀਟਰ ਅਤੇ 8 ਮੀਟਰ ਹੈ। ਇਹ ਇੱਕ ਸਪੈਨ ਜਿਹੜਾ ਨਾ 28 ਮੀਟਰ ਔਰ 8 ਮੀਟਰ ਦਾ ਹੈਗਾ, ਅਤੇ ਇਸ ਤਰੀਕੇ ਦਾ ਮੇਰੇ ਕੋਲ ਤਕਰੀਬਨ 1000 ਸਕੁਅਰ ਮੀਟਰ ਏਰੀਆ ਹੈ। ਇਹ 1000 ਸਕੁਅਰ ਮੀਟਰ ਏਰੀਆ ਦੇ ਵਿੱਚ ਮੈਂ ਲਗਾਇਆ, ਔਰ ਇਹਦੇ ਵਿੱਚੋਂ ਤਕਰੀਬਨ 3 ਤੋਂ 4 ਲੱਖ ਤੁਸੀਂ ਜਿਹੜੇ ਨੇ ਪ੍ਰੋਡਿਊਸ ਲੈ ਸਕਦੇ ਹੋ ਅਗਰ ਠੀਕ ਤਰੀਕੇ ਨਾਲ ਆਪਾਂ ਇਹਨੂੰ ਕਰੀਏ ਤਾਂ। ਤੇ ਸੀਜ਼ਨ ਦੀ ਗੱਲ ਕਰੀਏ, ਤੁਸੀਂ ਕਹਿੰਦੇ ਕਿ G0 ਤੋਂ ਸ਼ੁਰੂ ਕਰਦੇ ਹਾਂ ਅਸੀਂ, ਔਰ ਇਹ ਸਭ ਤੋਂ ਜਿਹੜੀ ਹੈ ਵਾਇਰਸ ਪ੍ਰੋਟੈਕਟਿਡ ਜਿਹੜੀ ਹੈ ਸਟੇਜ ਹੈ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਲਈ ਇਹ ਕਿੰਨਾ ਟਾਈਮ ਲੱਗ ਜਾਂਦਾ ਹੈ ਪ੍ਰੋਡਿਊਸ ਹੋਣ ਲਈ, ਕਲਟੀਵੇਸ਼ਨ ਦੇ ਲਈ ਕਿੰਨਾ ਕੁ ਸਮਾਂ ਲੈਂਦੇ? ਤਕਰੀਬਨ ਦੇਖੋ ਕਰਾਪ ਤੇ ਲੈਂਦੀ ਹੈ ਤਕਰੀਬਨ 100 ਕੁ ਦਿਨ ਲੈਂਦੀ ਹੈ, ਅਤੇ ਲੇਕਿਨ ਇਹ ਹੈ ਕਿ ਉਹਦੀ ਪਹਿਲੇ ਤਿਆਰੀ ਉਹਦੀ ਬਾਅਦ 'ਚ ਪਟਾਈ ਜਿਹੜੀ ਹੈ ਮਿਲਾ ਕੇ ਤਕਰੀਬਨ ਸਮਝੋ 4 ਤੋਂ 5 ਮਹੀਨੇ ਜਿਹੜੇ ਨੇ ਲੱਗ ਜਾਂਦੇ ਨੇ। ਹਾਂਜੀ। ਅੱਛਾ ਆਰਕੇ ਸਾਹਿਬ, ਤੁਹਾਡੇ ਉਧਰ ਪਟਾਈ ਵੀ ਹੋਣ ਰਹੀ ਹੈ, ਤੇ ਆਪਾਂ ਚੱਲ ਕੇ ਦੇਖ ਲਈਏ ਕਿ ਕਿਹੜੇ ਦੀ ਪਟਾਈ ਹੋ ਰਹੀ ਹੈ। ਦੇਖ ਸਕਦੇ ਹੋ ਕਿ ਇਹ ਸਾਰਾ ਜਿਹੜਾ ਹੈ ਡ੍ਰਿਪ ਇਰੀਗੇਸ਼ਨ ਦੇ ਉੱਤੇ ਚੱਲ ਰਿਹਾ ਹੈ। ਪਾਣੀ ਨੂੰ ਵੀ ਸੰਜਮ ਤਰੀਕੇ ਦੇ ਨਾਲ ਵਰਤ ਰਹੇ ਨੇ ਆਰਕੇ ਸਾਹਿਬ। ਇਹ ਪੂਰਾ ਡ੍ਰਿਪ ਇਰੀਗੇਸ਼ਨ ਚੱਲ ਰਿਹਾ ਸਾਰਾ ਸਿਸਟਮ? ਡ੍ਰਿਪ ਇਰੀਗੇਸ਼ਨ ਵੀ ਹੈ ਔਰ ਸਾਥ में ਨਾ ਫਰਟੀਲਾਈਜ਼ਰ ਜਿਹੜੇ ਨੇ ਉਹ ਵੀ ਜਿੰਨੀ ਜ਼ਰੂਰਤ ਹੈ ਖਾਦ ਦੀ ਉਨੀ ਖਾਦ ਆਪਾਂ ਘੋਲ ਕੇ ਉੱਥੋਂ ਪਿੱਛੋਂ ਇੱਧਰ ਦਿੰਦੇ ਹਾਂ, ਅਤੇ ਕੋਈ ਬਹੁਤੀ ਖਾਦ ਨਹੀਂ ਦਿੰਦਾ, ਬੂਟੇ ਦੀ ਗਰੋਥ ਦੇ ਹਿਸਾਬ ਦੇ ਨਾਲ ਹੀ ਖਾਦ ਦਿੰਦੇ ਹਾਂ। ਕਈ ਵਾਰ ਤਾਂ ਹੁੰਦਾ ਨਾ ਕਿ ਅੱਜ ਕੱਲ੍ਹ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਹੋ ਗਿਆ ਕਿ ਜ਼ਮੀਨਾਂ ਸ਼ੋਰਾ ਉੱਗਣ ਲੱਗ ਪਈਆਂ, ਕਿਉਂਕਿ ਰਿਕਮੈਂਡਡ ਜਿਹੜੀਆਂ ਪੈਸਟੀਸਾਈਡਸ ਆ ਉਹਦੇ ਤੋਂ ਜ਼ਿਆਦਾ ਦੁੱਗਣਾ ਤਿੱਗਣਾ ਅਸੀਂ ਵਰਤੀ ਜਾਂਦੇ ਹਾਂ। ਅਤੇ ਫਿਰ ਤੁਸੀਂ ਜਿਹੜਾ ਰਿਕਮੈਂਡਡ ਜਿੰਨਾ ਹੀ ਵਰਤਦੇ ਹੋ ਜਾਂ ਰਿਕਮੈਂਡਡ ਤੋਂ ਘੱਟ ਵਰਤਦੇ ਹੋ ਜਾਂ ਥੋੜ੍ਹਾ ਜਿਹਾ ਵੱਧ ਵਰਤਦੇ ਹੋ, ਕੁਛ ਇੱਦਾਂ ਦਾ? ਬਿਲਕੁਲ, ਆਪਾਂ ਕੀ ਕਰਦੇ ਹਾਂ ਕਿ ਵੈਰਾਈਟੀਆਂ ਦੀ ਜਿਹੜੀ ਨਾ ਅਲੱਗ-ਅਲੱਗ ਰਿਕੁਆਇਰਮੈਂਟ ਹੁੰਦੀ ਹੈਗੀ ਹੈ, ਅਤੇ ਜਿਹੜੀ ਕਿਹੜੀ ਵੈਰਾਈਟੀ ਨੇ ਕਿੰਨੀ ਖਾਦ ਲੈਣੀ ਹੈ ਉਹਦੇ ਬਾਰੇ 'ਚ ਇਨਫੋਰਮੇਸ਼ਨ ਪਹਿਲੇ ਪਤਾ ਹੁੰਦੀ ਹੈਗੀ ਹੈ। ਅਤੇ ਸਭ ਤੋਂ ਪਹਿਲੇ ਤਾਂ ਜ਼ਮੀਨ ਟੈਸਟ ਕਰਾਉਂਦੇ ਹਾਂ, ਸਾਇਲ ਟੈਸਟ ਕਰਾਉਂਦੇ ਹਾਂ। ਇੱਥੋਂ ਹੋ ਜਾਂਦੀ ਹੈ ਆਪਣੇ ਪੰਜਾਬ ਗੌਰਮੈਂਟ ਦੇ ਵਿੱਚ ਜਿਹੜੀ ਹੈ ਬੜੇ ਘੱਟ ਪੈਸੇ ਤੋਂ ਵੀ 100-150 ਰੁਪਏ ਦੇ ਨਾਲ ਸੈਂਪਲ ਜਿਹੜਾ ਨਾ ਟੈਸਟ ਹੁੰਦਾ ਇੱਥੇ। ਅੱਛਾ, ਸਾਡੇ ਦੇਖਣ ਵਾਲਿਆਂ ਨੂੰ ਦੱਸ ਦਿਓ, ਕਿਉਂਕਿ ਇਹ ਸੈਟਅਪ ਪੂਰਾ ਜਲੰਧਰ ਦੇ ਕੋਲ ਹੀ ਹੈ, ਅਤੇ ਜਲੰਧਰੋਂ ਕਿੱਥੋਂ ਸੋਇਲ ਟੈਸਟ ਕਰਾ ਸਕਦਾ ਜੇ ਕੋਈ ਕਿਸਾਨ ਕਰਾਉਣਾ ਹੋਵੇ? ਇੱਧਰ ਸਿਟਰਸ ਲੈਬ ਹੈ ਹੁਸ਼ਿਆਰਪੁਰ, ਬਲਕਿ ਜਲੰਧਰ ਜਿਹੜੇ ਹਾਰਟੀਕਲਚਰ ਆਫਿਸਰ ਨੇ ਇਹ ਵੀ ਮਦਦ ਕਰਦੇ ਨੇ, ਇਹ ਵੀ ਉਹਦੇ ਪਾਸ ਸੈਂਪਲ ਅਗਰ ਉੱਥੇ ਵੀ ਪਹੁੰਚਾਉਣਾ ਹੋਵੇ ਤਾਂ ਪਹੁੰਚਾ ਦਿੰਦੇ ਨੇ, ਅਤੇ ਉਹ ਜਿਹੜੇ ਨੇ ਸੈਂਪਲ ਸਿਟਰਸ ਲੈਬ ਤੋਂ ਟੈਸਟ ਕਰਦੇ ਨੇ ਔਰ ਤੁਹਾਨੂੰ ਆਨਲਾਈਨ ਰਿਪੋਰਟ ਵੀ ਦੇ ਦਿੰਦੇ ਨੇ। ਅਤੇ ਕਿੰਨੇ ਕੁ ਦਿਨਾਂ ਦਾ ਪ੍ਰੋਸੈਸ ਹੁੰਦਾ, ਕਿੰਨੇ ਕੁ ਦਿਨਾਂ 'ਚ? ਜਿਹੜਾ ਨਾ ਕੋਈ ਤਕਰੀਬਨ ਵੱਧ ਤੋਂ ਵੱਧ ਹਫ਼ਤੇ ਦਾ ਪ੍ਰੋਸੈਸ ਹੁੰਦਾ, ਮਤਲਬ ਕਲੈਕਸ਼ਨ ਕਰਕੇ ਤੁਹਾਡੀ ਰਿਪੋਰਟ ਆਉਣ ਤੱਕ ਜਿਹੜਾ ਨਾ। ਹਾਂਜੀ, ਚਲੋ ਅੱਗੇ ਜੀ ਆਪਾਂ ਫਿਰ ਚੱਲਦੇ ਹਾਂ, ਦੇਖ ਲਈਏ ਕਿ ਕਿਹੜੀ ਵੈਰਾਈਟੀ ਤੁਸੀਂ ਲਾ ਰੱਖੀ ਹੈ।
ਅੱਛਾ, ਇਹ ਜਿਹੜੀ ਵੈਰਾਈਟੀ ਹੈ ਆਰਕੇ ਸਾਹਿਬ ਸਾਨੂੰ ਦਿਖਾ ਰਹੇ, ਇਹ ਲਾਲ ਵੈਰਾਈਟੀ ਹੈ। ਇਹ ਹੁਣ ਲਾਲ ਵੈਰਾਈਟੀ ਹੈ, ਇਹ ਜਿਹੜੀ ਹੈ ਨਾ ਇਹ ਹੈ ਰੈੱਡ ਵੈਰਾਈਟੀ ਹੈ। ਇਹ ਹੈ ਲੇਡੀ ਰੋਜ਼ੇਟਾ ਵੈਰਾਈਟੀ ਹੈ LR। ਅੱਛਾ, ਕਿਹੜੀ ਵੈਰਾਈਟੀ, ਤੁਸੀਂ ਨਾਮ ਕੀ ਲੈ ਰਹੇ ਹੋ ਇਹਦਾ? ਲੇਡੀ ਰੋਜ਼ੇਟਾ LR ਕਰਕੇ ਬੜੀ ਪਾਪੂਲਰ ਹੈ ਇੱਥੇ, ਅਤੇ ਇਹ ਪ੍ਰੋਸੈਸਿੰਗ ਵੈਰਾਈਟੀ ਹੈ, ਅਤੇ ਇਹ ਵੀ ਜਿਹੜੀ ਇਹਦੀ ਮੰਗ ਵੀ ਹੈਗੀ ਹੈ। ਹਾਂਜੀ। ਅੱਛਾ, ਕਈ ਵਾਰ ਕਹਿੰਦੇ ਆ ਕਿ ਜਿਹੜੇ ਲਾਲ ਆਲੂ ਹੈ ਉਹ ਹਿਮਾਚਲੀ ਆਲੂ ਹੁੰਦੇ ਨੇ, ਵਾਕਈ ਹਿਮਾਚਲੀ ਆਲੂ ਹੈ? ਨਹੀਂ, ਹਿਮਾਚਲੀ ਨਹੀਂ, ਇਹ ਐਕਚੁਅਲੀ ਯੂਰਪ ਦੀ ਵੈਰਾਈਟੀ ਹੈ ਲੇਡੀ ਰੋਜ਼ੇਟਾ। ਉਹਦਾ ਸ਼ਾਰਟ ਨੇਮ ਹੈ LR, ਜਿਹੜਾ ਪੂਰਾ ਨਾਮ ਹੈ ਲੇਡੀ ਰੋਜ਼ੇਟਾ, ਅਤੇ ਸ਼ਾਰਟ ਨੇਮ ਹੈ ਇਹਦਾ LR। ਅਤੇ ਇੱਥੇ ਹੁਣ ਪਾਪੂਲਰ ਹੋ ਗਈ ਹੈ ਕਾਫੀ ਜ਼ਿਆਦਾ, ਇੰਡਸਟਰੀ 'ਚ ਡਿਮਾਂਡ ਹੈ ਇਹਦੀ। ਜਿਹੜੀ ਪੈਪਸੀਕੋ ਜਿਹੜੀ ਚਿਪਸ ਬਣਾਉਂਦੀ ਹੈ ਇਹਨੂੰ ਵੀ ਇਸਤੇਮਾਲ ਕਰਦੀ ਹੈ ਜੀ। ਔਰ ਫਿਰ ਅੱਗੇ ਫਰੈਂਚ ਫਰਾਈਜ਼ ਵਾਸਤੇ ਮੈਂ ਤੁਹਾਨੂੰ ਵੈਰਾਈਟੀਆਂ ਦੱਸਦਾ। ਫਰੈਂਚ ਫਰਾਈਜ਼ ਵਾਸਤੇ ਜਿਹੜੀ ਹੈ ਵੈਰਾਈਟੀ ਹੈ ਇੱਕ, ਜਿਹੜੀ ਇੱਥੇ ਵੱਖਰੀ ਅਲੱਗ-ਅਲੱਗ ਤਰੀਕੇ ਦੀਆਂ ਵੈਰਾਈਟੀਜ਼ ਆਰਕੇ ਅਰੋੜਾ ਸਾਹਿਬ ਉਹਨਾਂ ਨੇ ਲਾ ਰੱਖੀਆਂ ਨੇ। ਔਰ ਹੁਣ ਉਹ ਵੈਰਾਈਟੀ ਅਸੀਂ ਦੇਖ ਰਹੇ ਹਾਂ ਜਿਹੜੀ ਫਰੈਂਚ ਫਰਾਈਜ਼ ਦੇ ਲਈ ਬਹੁਤ ਮਸ਼ਹੂਰ ਹੈ ਦੁਨੀਆ ਭਰ ਦੇ ਵਿੱਚ। ਆਰਕੇ ਸਾਹਿਬ, ਇਹ ਕਿਹੜੀ ਵੈਰਾਈਟੀ ਹੈ, ਜਿਹੜੀ ਇਸਦਾ ਨਾਮ ਕੀ ਹੈ? ਇਹ ਵੈਰਾਈਟੀ ਜਿਹੜੀ ਹੈ ਇਹ ਇਹਦੀ ਹੈ ਜੀ ਫਰਾਈਸੋਨਾ, ਕੁਫਰੀ ਫਰਾਈਸੋਨਾ ਵੈਰਾਈਟੀ ਜਿਹੜੀ ਹੈ ਇਹਦੀਆਂ ਫਰੈਂਚ ਫਰਾਈਜ਼ ਬਣਦੀਆਂ ਨੇ, ਅਤੇ ਫਰੈਂਚ ਫਰਾਈਜ਼ ਬਣਦੀਆਂ ਨੇ, ਅਤੇ ਇਹ ਜਿਹੜੀ ਹੈ ਹੁਣ ਮਕੇਨ ਵੀ ਇਹਦੀ ਫਰੈਂਚ ਫਰਾਈਜ਼ ਬਣਾਉਂਦੀ ਹੈ, ਅਤੇ ਇਹ ਉਹਨਾਂ ਦੇ ਹੀ ਟਿਊਬਰਸ ਹੈ। ਅੱਛਾ, ਮੈਕਡੋਨਲਡ ਵੀ ਇਹਨੂੰ ਵਰਤਦਾ ਜਾਂ ਮੈਕਡੋਨਲਡ ਲਈ ਕੋਈ ਸਪੈਸ਼ਲ? ਇਹ ਵੀ ਵਰਤਦਾ, ਫਿਰ ਹੋਰ ਐਂਟਲਾਂਟਿਕ ਹੈ ਉਹ ਵਰਤਦਾ, ਫਿਰ ਡਿਪੈਂਡ ਕਰਦਾ। ਇਹਦੀ ਐਕਚੁਅਲੀ ਆਲੂ ਕਾਫੀ ਲੰਬਾ ਹੋ ਜਾਂਦਾ। ਫਿਰ ਹੋਰ ਵੀ ਹੈ ਸੰਟਾਨਾ ਵੈਰਾਈਟੀ ਹੈ, ਉਹ ਵੀ ਵਰਤਦੇ ਨੇ। ਕੁਛ ਵੈਰਾਈਟੀਆਂ ਹੈ ਜਿਹੜੀਆਂ ਉਹ ਵਰਤਦੇ ਨੇ, ਜਿਹਦੀ ਨਾ ਫਰੈਂਚ ਫਰਾਈਜ਼ ਲੰਬੀਆਂ ਮੰਗ ਹੁੰਦੀ, ਅਤੇ ਜਿਹੜਾ ਆਲੂ ਲੰਬਾ ਹੁੰਦਾ ਫਿਰ ਉਹ ਜਿਹੜਾ ਨਾ ਇਹਦੇ ਵਾਸਤੇ ਇਸਤੇਮਾਲ ਹੁੰਦਾ ਫਰੈਂਚ ਫਰਾਈਜ਼ ਵਾਸਤੇ। ਅੱਛਾ, ਇਹ ਸਾਰੇ ਸਿਆੜ ਜਿਹੜੇ ਨੇ ਇਹੀ ਵੈਰਾਈਟੀ ਦੇ ਨੇ ਫਰੈਂਚ ਫਰਾਈਜ਼ ਵਾਲੇ? ਅਲੱਗ ਹੈ ਜੀ। ਹੁਣ ਇਹ ਜਿਹੜੀ ਹੈ ਟੇਬਲ ਵੈਰਾਈਟੀ ਹੈ, ਇਹ ਪੁਖਰਾਜ ਹੈ, ਕੁਫਰੀ ਪੁਖਰਾਜ ਹੈ, ਉਹ ਟੇਬਲ ਵੈਰਾਈਟੀ ਹੈ। ਇਹਨੂੰ ਟੇਬਲ ਵੈਰਾਈਟੀ ਕਿਉਂ ਕਹਿੰਦੇ ਨੇ? ਕਿ ਇਹ ਕੇਟਰਿੰਗ ਲਈ ਜਾਂ ਸਬਜ਼ੀ ਵਗੈਰਾ ਲਈ? ਹਾਂ, ਇਹ ਸਬਜ਼ੀ ਵਾਸਤੇ ਹੈ, ਕਿਉਂਕਿ ਇਹਦਾ ਇੱਕ ਤਾਂ ਜਿਹੜਾ ਨਾ ਜਿਹੜਾ ਆਲੂ ਹੈ ਇਹਨੂੰ ਇਹਦੇ 'ਚ ਸਬਜ਼ੀ ਵਾਸਤੇ ਕਾਫੀ ਘੱਟ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਫਸਲ ਹੋ ਜਾਂਦੀ ਹੈ, ਪਰ ਇਹਦੇ 'ਚ ਡਰਾਈ ਮੈਟਰ ਘੱਟ ਹੁੰਦਾ। ਹੁਣ ਜਦ ਡਰਾਈ ਮੈਟਰ ਜਿਹੜਾ ਨਾ ਘੱਟ ਹੋਏ ਤਾਂ ਫਿਰ ਉਹਦੀ ਜਿਹੜੀ ਹੈ ਨਾ ਫਰਾਈਜ਼ ਜਾਂ ਉਹਦੀ ਚਿਪਸ ਵਾਸਤੇ ਸੂਟੇਬਲ ਨਹੀਂ ਹੁੰਦਾ, ਲੇਕਿਨ ਇਹ ਪ੍ਰੋਡਕਸ਼ਨ ਅੱਛੀ ਹੁੰਦੀ ਹੈ, ਇਸ ਕਰਕੇ ਸਬਜ਼ੀ ਵਾਸਤੇ ਇਸਤੇਮਾਲ ਹੁੰਦਾ। ਸਬਜ਼ੀ ਵਾਸਤੇ ਬਹੁਤ ਚੰਗੀ ਗੱਲ ਹੈ। ਅੱਛਾ, ਕਿੰਨੇ ਦਿਨ ਲੱਗਦੇ? ਤੁਸੀਂ ਕਹਿੰਦੇ ਕਿ ਥੋੜ੍ਹਾ ਦਿਨ ਲਈ ਵੱਧ ਝਾੜ ਦਿੰਦੇ? 70 ਦਿਨ ਦੇ ਵਿੱਚ ਜਿਹੜੀ ਹੈ ਕੁਫਰੀ ਪੁਖਰਾਜ ਜਿਹੜੀ ਹੈ ਅੱਛਾ ਝਾੜ ਦੇ ਦਿੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਵੱਖਰੀ ਤਰੀਕੇ ਦੀ ਵੈਰਾਈਟੀ ਹੈ, ਔਰ ਇਹ ਸੈਟਅਪ ਭਾਵੇਂ ਛੋਟਾ ਆ, ਪਰ ਇਹਦੇ ਪਿੱਛੇ ਮਿਹਨਤ ਜਿਹੜੀ ਹੈ ਬਹੁਤ ਧਿਆਨ ਦੇ ਨਾਲ ਲੱਗਦੀ। ਜ਼ਿਆਦਾ ਤਾਂ ਨਹੀਂ ਕਹਿ ਸਕਦੇ, ਧਿਆਨ ਦੇ ਨਾਲ ਮਿਹਨਤ ਲਾਉਣੀ ਪੈਂਦੀ ਹੈ, ਔਰ ਉਸ ਤੋਂ ਬਾਅਦ ਤੁਸੀਂ ਬਹੁਤ ਵੱਡਾ ਮੁਨਾਫਾ ਜਿਹੜਾ ਆ ਉਹ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਆਰਕੇ ਅਰੋੜਾ ਸਾਹਿਬ ਉਹਨਾਂ ਨੇ ਬਹੁਤ ਕੁਝ ਸੈਟਅਪ ਕੀਤਾ। ਮਿਸ਼ਰਤ ਖੇਤੀ ਦੀ ਅਸੀਂ ਗੱਲ ਕਰ ਰਹੀ ਹੈ, ਉਹ ਵੀ ਸਾਰਾ ਕੁਝ ਦੇਖਾਂਗੇ, ਔਰ ਚੱਲਦੇ ਹਾਂ ਕਿ ਇਹਨਾਂ ਨੇ ਹੋਰ ਕੀ ਲਾ ਰੱਖਿਆ ਇੱਥੇ। ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ, ਚਲੋ ਆਪਾਂ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ, ਪਰ ਇਹ ਵੀ ਗੱਲ ਹੁੰਦੀ ਹੈ ਨਾ ਕਿ ਮਾਰਕੀਟਿੰਗ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ। ਤੁਸੀਂ ਸੀਡ ਤਿਆਰ ਕਰਦੇ ਹੋ ਅਤੇ ਉਸ ਤੋਂ ਬਾਅਦ ਇਹਨੂੰ ਮਾਰਕੀਟ ਕਰਨ 'ਚ ਕਿੰਨੀ ਕੁ ਪ੍ਰੋਬਲਮ ਆਉਂਦੀ ਹੈ, ਜਾਂ ਸੌਖਾ ਰਹਿੰਦਾ ਪ੍ਰੋਸੈਸ, ਤੇ ਕਿਵੇਂ ਕਰਦੇ ਹੋ? ਨਹੀਂ, ਹੁਣ ਇਹਦੀ ਜਿਹੜੀ ਹੈ ਨਾ ਡਿਮਾਂਡ ਕਾਫੀ ਹੈ ਮੇਰੇ ਕੋਲ, ਤਾਂ ਡਿਮਾਂਡ ਐਸੀ ਹੈ, ਮੈਂ ਜਿਹੜੀ ਹੈ ਨਾ ਪਹਿਲੇ ਮੇਰੇ ਕੋਲ ਬੁਕਿੰਗ ਹੁੰਦੀ ਇਹਦੀ। ਜਿਹੜੇ ਕਿਸਾਨ ਜਿਹੜੇ ਪਹਿਲੇ ਲੈ ਕੇ ਗਏ ਨੇ ਉਹਨਾਂ ਨੂੰ ਕੁਆਲਿਟੀ ਦਾ ਇਹਦਾ ਪਤਾ, ਅਤੇ ਚੂँਕਿ ਇਹ ਜਿਹੜੀ ਕੁਆਲਿਟੀ ਅੱਛੀ ਹੈਗੀ ਹੈ, ਉਹਨਾਂ ਨੂੰ ਪਹਿਲੇ ਸੈਟਿਸਫਾਈਡ ਹੈ, ਅਤੇ ਉਹ ਪਹਿਲੇ ਹੀ 1 ਸਾਲ ਪਹਿਲੇ ਹੀ ਮੈਨੂੰ ਜਿਹੜਾ ਨਾ ਬੁੱਕ ਕਰਵਾ ਦਿੰਦੇ ਨੇ ਕਿ ਸਾਨੂੰ ਇੰਨੇ ਮਿਨੀ ਟਿਊਬਰ ਚਾਹੀਦੇ ਨੇ, ਅਤੇ ਫਿਰ ਉਹਦੇ ਹਿਸਾਬ ਦੇ ਨਾਲ ਹੀ ਮੈਂ ਜਿਹੜਾ ਨਾ ਪਰਚੇਜ਼ ਕਰਦਾ, ਅਤੇ ਉਹ ਪਹਿਲੇ ਹੀ ਐਕਚੁਅਲੀ ਬਣਾਉਣ ਤੋਂ ਪਹਿਲੇ ਹੀ ਜਿਹੜੇ ਨੇ ਵਿਕੇ ਹੁੰਦੇ ਨੇ, ਕੋਈ ਐਸਾ ਨਹੀਂ ਉਹਦਾ ਦਿੱਕਤ। ਮਤਲਬ ਔਖਾ ਨਹੀਂ ਰਹਿੰਦਾ ਤੁਹਾਡਾ, ਡਿਮਾਂਡ ਐਂਡ ਸਪਲਾਈ ਆ? ਡਿਮਾਂਡ ਜਿਹੜੀ ਹੈ, ਡਿਮਾਂਡ ਜ਼ਿਆਦਾ ਹੈ, ਇਨਫੈਕਟ ਮੈਂ ਬਹੁਤ ਸਾਰੇ ਲੋਕਾਂ ਨੂੰ ਦੇ ਨਹੀਂ ਪਾਇਆ ਇਸ ਦਫਾ ਨਾ। ਹਾਂਜੀ। ਅੱਛਾ, ਤੁਸੀਂ ਸੈਟਅਪ ਫਿਰ ਵਧਾਉਣ ਬਾਰੇ ਵੀ ਸੋਚਦੇ ਹੋਵੋਗੇ ਕਿ ਡਿਮਾਂਡ ਜ਼ਿਆਦਾ ਹੈ ਤਾਂ ਮੈਂ ਸੈਟਅਪ ਵਧਾ ਲਵਾਂ? ਨਹੀਂ, ਹੁਣ ਦੇਖੋ ਮੈਂ ਰਿਟਾਇਰਡ ਬੰਦਾ, ਅਤੇ ਮੈਂ ਜਿਹੜਾ ਬਹੁਤ ਜ਼ਿਆਦਾ ਐਕਸਪੈਂਸ਼ਨ ਨਹੀਂ, ਮੈਂ ਆਪਣਾ ਇੱਕ ਸ਼ੌਕ ਜਿਹਾ ਹੈਗਾ ਮੇਰਾ, ਅਤੇ ਮੈਂ ਪਹਿਲੇ 1 ਨੈਟ ਹਾਊਸ ਸੀਗਾ, ਹੁਣ 2 ਨੈਟ ਹਾਊਸ ਹੈ, ਅਤੇ ਮੈਂ ਇਤਨਾ ਹੈ ਰੱਖਦਾ, ਲੇਕਿਨ ਕੁਆਲਿਟੀ ਮੇਨਟੇਨ ਕਰਦਾ ਮੈਂ ਆਪਣੀ ਜਿਹੜੀ, ਤਾਂ ਕਿ ਕੁਆਲਿਟੀ ਨਾ ਡਾਊਨ ਜਾਏ।
ਜੀ। ਤੇ ਬਾਕੀ ਇਹ 2 ਨੈਟ ਹਾਊਸ ਹਨ, ਇਹਦੇ 'ਚ ਕਾਫੀ ਪ੍ਰੋਡਕਸ਼ਨ ਆ ਜਾਂਦੀ ਹੈ। ਹਾਂਜੀ। ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਹੁਣ ਤੁਸੀਂ ਮੈਂ ਮਿਸ਼ਰਤ ਖੇਤੀ ਦੀ ਆਪਾਂ ਗੱਲ ਕਰ ਰਹੇ ਸੀਗੇ ਤੇ ਬੇਰੀਆਂ ਜਿਹੜੀਆਂ ਲੱਗੀਆਂ ਨੇ, ਇਹ ਕਿਹੜੀ ਕੁਆਲਿਟੀ ਦੀਆਂ ਬੇਰੀਆਂ ਨੇ? ਕਿਉਂਕਿ ਹੁਣ ਇੱਥੇ ਮੈਨੂੰ ਲੱਗਦਾ ਕਿ ਪੁੰਗਾਇਰ ਸ਼ੁਰੂ ਹੋਇਆ ਹਾਂ, ਇਹ ਵੈਰਾਈਟੀ ਕਿਹੜੀ ਹੈ? ਇਹ ਐਕਚੁਅਲੀ 'ਚ ਨਾ ਇਹ ਐਪਲ ਬੇਰ ਹੈ, ਇੱਕ ਥਾਈ ਵੈਰਾਈਟੀ ਹੈ। ਮੈਂ ਇਹ ਕਲਕੱਤੇ ਤੋਂ ਮੰਗਾਈ ਸੀਗੀ ਇਹ। ਤੇ ਇਹਦਾ ਬੇਰ ਜਿਹੜਾ ਨਾ 100 ਗ੍ਰਾਮ ਸਾਈਜ਼ ਦਾ ਹੁੰਦਾ। ਇਹਦਾ ਜਿਹੜਾ ਨਾ ਬੀ ਬਿਲਕੁਲ ਜਾਂ ਬੀ ਹੁੰਦਾ ਹੀ ਨਹੀਂ ਤੇ ਜਾਂ ਬੜਾ ਛੋਟਾ ਜਿਹਾ ਹੁੰਦਾ। ਇਹਦੀ ਸਕਿਨ ਬੜੀ ਪਤਲੀ ਹੁੰਦੀ ਹੈ ਤੇ ਇਹਦਾ ਜਿਹੜਾ ਨਾ ਟੇਸਟ ਕਾਫੀ ਅੱਛਾ ਹੁੰਦਾ। ਤੇ ਇਹ ਹੁਣ ਨਾਰਮਲੀ ਇੱਕ ਬੀਰਿੰਗ ਦਿੰਦਾ, ਲੇਕਿਨ ਇਸ ਦਫਾ ਮੈਂ ਦੇਖਦਾ ਇਹ ਐਪਲ ਮੈਨੂੰ ਕਹਿੰਦੇ ਹੈ 2 ਬੀਰਿੰਗ ਜਿਹੜੀ ਹੈ ਨਾ, ਸੈਕੰਡ ਟਾਈਮ ਇਹ ਫਲਾਵਰਿੰਗ ਆ ਰਹੀ ਹੈ ਜੀ। ਇਹਦੇ 'ਚ ਦੇਖੋ ਸੈਕੰਡ ਟਾਈਮ ਫਲਾਵਰਿੰਗ ਆ ਰਹੀ ਹੈ ਇਹਦੀ। ਤੇ ਹੁਣ ਦੇਖਦੇ ਹਾਂ ਸੈਕੰਡ ਟਾਈਮ ਇਹਦੇ 'ਚ ਜਿਹੜੀ ਹੈ ਨਾ ਬੇਰਿੰਗ ਆਉਂਦੀ ਹੈ ਇੱਥੇ ਕਿ ਨਹੀਂ ਆਉਂਦੀ, ਉਹ ਤਾਂ ਮੈਂ ਦੇਖਣਾ ਇਸ ਸਾਲ। ਲੇਕਿਨ ਅਗਰ ਸੈਕੰਡ 2 ਬੇਰਿੰਗ ਆ ਜਾਏ ਤਾਂ ਬਹੁਤ ਅੱਛਾ। ਇਹ ਖਾਣ 'ਚ ਬਹੁਤ ਟੇਸਟੀ ਹੈ ਔਰ ਸਾਈਜ਼ ਇਹਦਾ ਕਾਫੀ ਮੋਟਾ ਹੋ ਜਾਂਦਾ ਹੈ। ਅੱਛਾ, ਇਹ ਪੂਰੇ ਬੇਰ ਲਾ ਰੱਖੇ ਨੇ ਪੂਰੇ ਏਰੀਆ 'ਚ? ਨਹੀਂ, ਹੋਰ ਐਕਚੁਅਲੀ ਕੀ ਹੈ ਕਿ ਮੈਂ ਐਕਚੁਅਲੀ ਆਮਲੇ 4 ਚਫੇਰੇ ਤੇ ਆਮਲੇ ਦੀ ਬੂਟੇ ਲਗਾਏ ਦੇ ਨੇ, ਫਿਰ ਬੇਰ ਲਗਾਏ ਦੇ ਨੇ, ਕੁਝ ਅੰਜੀਰ ਦੇ ਬੂਟੇ ਲਾਏ ਦੇ ਨੇ, ਆਲੂ ਬੁਖਾਰਾ ਵੀ ਲਾਇਆ। ਪੀਚ ਜਿਹੜਾ ਨਾ ਇੱਕ ਸ਼ਾਨੇ ਪੰਜਾਬ ਜਿਹੜਾ ਆੜੂ ਹੈ ਉਹ ਵੀ ਬੂਟੇ ਲਾਏ ਨੇ ਇੱਥੇ। ਫਿਰ ਚਲਿਏ ਆਪਾਂ ਦੇਖ ਲਈਏ ਥੋੜੇ ਬਹੁਤੇ ਉਹ ਵੀ ਬੂਟੇ ਦੇਖ ਲੈਂਦੇ ਆ ਤੇ ਕਿੱਥੇ ਕਿੱਥੇ ਤੁਸੀਂ ਲਾ ਰੱਖੇ ਨੇ। ਡਾਕਟਰ ਸਾਹਿਬ, ਜਦੋਂ ਆਪਾਂ ਮੁਨਾਫੇ ਦੀ ਗੱਲ ਕਰਦੇ ਹਾਂ ਤਾਂ ਮੈਂ ਬਾਰ-ਬਾਰ ਉਹੀ ਚੀਜ਼ ਪੁੱਛ ਰਿਹਾ, ਤੇ ਜੇ ਤੁਸੀਂ ਕਹਿ ਰਹੇ ਹੋ ਕਿ ਬੇਰ ਜਿਹੜੇ ਨੇ ਇਹ ਵਧੀਆ ਕੁਆਲਿਟੀ ਦੇ ਨੇ, ਸੁਪੀਰੀਅਰ ਕੁਆਲਿਟੀ ਦੇ ਨੇ, ਤੇ ਕਿੰਨੇ ਕੁ ਝਾੜ ਹੋ ਜਾਂਦਾ ਇਹਦਾ ਤੇ ਕਿੰਨਾ ਕੁ ਮੁਨਾਫਾ ਹੋ ਜਾਂਦਾ ਜੇ ਆਪਾਂ ਗੱਲ ਕਰਨੀ ਹੋਵੇ? ਕਿਉਂਕਿ ਜਿਹੜੇ ਕਿਸਾਨ ਸਾਨੂੰ ਦੇਖ ਰਹੇ ਨੇ ਜਾਂ ਕਿਸਾਨ ਭਰਾ ਜਿਹੜੇ ਉਹ ਚਾਹੁੰਦੇ ਨੇ ਕਿ ਉਹ ਇਦਾਂ ਦੀ ਮਿਸ਼ਰਤ ਖੇਤੀ ਕਰ ਲੈਣ ਤੇ ਮੁਨਾਫੇ ਦੇ ਉੱਤੇ ਗੱਲ ਮੁੱਕਦੀ ਹੈ। ਹਾਂਜੀ, ਦੇਖੋ ਇਹ ਕੀ ਹੈ ਕਿ ਇੱਕ ਤੇ ਇਹ ਬੇਰ ਜਿਹੜਾ ਨਾ ਖਾਲੀ 2 ਸਾਲ ਦੇ ਵਿੱਚ ਏਡਾ ਵੱਡਾ ਬੂਟਾ ਹੋ ਜਾਂਦਾ। ਇਹਦੇ ਵਿੱਚ ਇਹ 2 ਸਾਲ ਦੇ ਵਿੱਚ ਹੈ ਔਰ ਇੱਕ ਬੂਟਾ ਇਹ 1.5 ਸਾਲ 2 ਸਾਲ ਦੇ ਵਿੱਚ ਇਹ ਤਕਰੀਬਨ ਸਮਝੋ ਕਿ 20 ਤੋਂ 25 ਕਿਲੋ ਇੱਕ ਬੂਟੇ 'ਤੇ ਜਿਹੜਾ ਫਲ ਜਿਹੜਾ ਨਾ ਲੱਗ ਜਾਂਦਾ ਹੈਗਾ। ਇਸ ਦਫਾ ਲੱਗਿਆ ਸੀਗਾ 20 ਤੋਂ 25 ਕਿਲੋ ਲੱਗਿਆ ਸੀਗਾ ਫਲ ਜਿਹੜਾ। ਔਰ ਫਲ ਦੀ ਕੁਆਲਿਟੀ ਬੜੀ ਅੱਛੀ ਸੀਗੀ। ਮਾਰਕੀਟ ਦੇ ਵਿੱਚ ਜਿਨ੍ਹਾਂ ਨੂੰ ਮੈਂ ਦੇ ਕੇ ਆਇਆ ਉਹਨਾਂ ਦੀ ਇੱਕਦਮ ਡਿਮਾਂਡ ਦੁਬਾਰਾ ਆਈ। ਔਰ ਖਾਸ ਕਰਕੇ ਇਹ ਸ਼ਿਵਰਾਤਰੀ ਮੌਕੇ 'ਤੇ ਮਾਰਚ ਦੇ ਮਹੀਨੇ ਔਰ 1 ਮਹੀਨਾ ਪਹਿਲੇ ਪੱਕਦਾ ਹੈ। ਦੂਜਾ ਬੇਰ ਜਿਹੜਾ ਨਾ ਮਈ 'ਚ ਜਾ ਕੇ ਅਪ੍ਰੈਲ ਮਈ 'ਚ ਪੱਕਦਾ, ਇਹ ਮਾਰਚ 'ਚ ਪੱਕ ਜਾਂਦਾ ਹੈ। ਤੇ ਉਦੋਂ ਬੇਰ ਜਿਹੜਾ ਨਾ ਹੁੰਦਾ ਥੋੜ੍ਹਾ ਘੱਟ ਹੈ ਤੇ ਉਦੋਂ ਡਿਮਾਂਡ ਇਹਦੀ ਖਾਸ ਕਰਕੇ ਫੈਸਟੀਵਲ ਸੀਜ਼ਨ ਸ਼ਿਵਰਾਤਰੀ ਵਗੈਰਾ ਆਉਂਦਾ ਤੇ ਉਹਦੀ ਡਿਮਾਂਡ ਕਾਫੀ ਹੁੰਦੀ ਹੈ। ਤੇ ਇਸ ਦਫਾ ਤੇ ਕੋਈ 30 ਰੁਪਏ 32 ਰੁਪਏ ਕੇਜੀ ਜਿਹੜਾ ਨਾ ਇਹ ਹੋਲਸੇਲ ਦੇ ਵਿੱਚ ਮੇਰੇ ਤੋਂ ਜਿਹੜਾ ਨਾ ਪਰਚੇਜ਼ ਕੀਤਾ ਲੋਕਾਂ ਨੇ। ਜੇ ਬਲਕ 'ਚ ਪ੍ਰਾਈਸ ਦੀ ਗੱਲ ਕੀਤੀ ਜਾਵੇ, ਤੁਸੀਂ ਇੰਨੇ ਏਰੀਆ 'ਚੋਂ ਕਿੰਨਾ ਕੁ ਮੁਨਾਫਾ ਕਮਾ ਲਿਆ? ਮਤਲਬ ਇਹ ਦੇਖੋ ਹਾਲੇ ਤਾਂ ਇਕਨੋਮਿਕਲ ਨਹੀਂ ਸੀਗਾ, ਦੂਸਰੇ ਸਾਲ ਸੀਗਾ, ਇਹ ਇਕਨੋਮਿਕਲ ਨਹੀਂ ਸੀ। ਲੇਕਿਨ ਅਗਰ ਇਹਦੇ 'ਚੋਂ ਮੁਨਾਫਾ ਤੁਸੀਂ ਸਮਝੋ ਕਿ ਰੈਗੂਲਰ ਅਗਰ ਕਮਾਓਗੇ ਤਾਂ 'ਚੋਂ ਅੱਛਾ ਮੁਨਾਫਾ ਆ ਸਕਦਾ। ਹੁਣ 20-25 ਕਿਲੋ ਜਿਹੜਾ ਨਾ ਬੇਰ ਇੱਕ ਬੂਟਾ ਦੇ ਦਿੰਦਾ ਔਰ ਉਹਦਾ ਤੁਹਾਨੂੰ ਤਕਰੀਬਨ ਮਿਲ ਜਾਂਦਾ, ਝਾੜ ਵੀ ਚੰਗਾ ਮਿਲ ਜਾਏ ਔਰ ਰੇਟ ਵੀ ਠੀਕ ਹੁੰਦਾ ਤੇ ਮੁਨਾਫਾ ਦੇਣਾ ਚਾਹੀਦਾ। ਹਜੇ ਪਹਿਲਾ ਦੂਜਾ ਸਾਲ ਸੀਗਾ, ਪਹਿਲੇ ਦੂਜੇ ਸਾਲ ਦੇ ਵਿੱਚ ਤਾਂ ਉਹਨਾਂ ਮੁਨਾਫਾ ਨਹੀਂ ਸੀ ਹੈ। ਲੇਕਿਨ ਫਿਰ ਵੀ ਸਮਝੋ ਕਿ ਬੇਰਿੰਗ ਵੀ ਦੂਜੇ ਸਾਲ ਸੀ ਤਾਂ ਘੱਟ ਸੀਗੀ ਫਸਲ ਤੇ ਇੱਕ ਬੂਟੇ ਦੇ ਵਿੱਚ ਕੋਈ 8-8 10-10 ਕਿਲੋ 15-15 ਕਿਲੋ ਵੀ ਸੀਗਾ ਵੈਸੇ। ਤੇ ਕੋਈ ਜਿਹੜਾ ਨਾ 30 ਰੁਪਏ ਕਿਲੋ ਹਿਸਾਬ ਦੇ ਨਾਲ ਜਿਹੜਾ ਨਾ ਗਿਆ ਹੈਗਾ ਬਹੁਤ ਹੀ। ਲੇਕਿਨ ਫਾਇਦਾ, ਨੁਕਸਾਨ ਕੋਈ ਨਹੀਂ ਇਹਦੇ 'ਚ। ਮਤਲਬ ਇਹ ਹੈ ਕਿ ਜ਼ਮੀਨ ਦੀ ਕੁਆਲਿਟੀ ਵੀ ਬਣੀ ਰਹਿੰਦੀ ਹੈ, ਪਾਣੀ ਦੀ ਕੋਈ ਸਮੱਸਿਆ ਨਹੀਂ ਹੈ ਔਰ ਮੁਨਾਫਾ ਵੀ ਹੈ। ਐਸਾ ਨਾ ਕਿ ਇੱਕੋ ਚੀਜ਼ ਦੇ ਉੱਪਰ ਕਿਸਾਨ ਨੂੰ ਇੱਕੋ ਚੀਜ਼ ਦੇ ਉੱਪਰ ਨਹੀਂ ਰਹਿਣਾ ਚਾਹੀਦਾ। ਹੁਣ ਖਾਸ ਕਰਕੇ ਕਣਕ ਝੋਨੇ ਦਾ ਚੱਕਰ ਜਿਹੜਾ ਨਾ ਉਹ ਛੱਡਣਾ ਚਾਹੀਦਾ, ਜਾਂ ਉਹ ਤੋਂ ਇਲਾਵਾ ਕੋਈ ਹੋਰ ਵੀ ਜਿਹੜਾ ਨਾ ਫਸਲਾਂ ਜਿਹੜੀਆਂ ਨਾ ਟਰਾਈ ਕਰਨੀਆਂ ਚਾਹੀਦੀਆਂ। ਸਭ ਤੋਂ ਪਹਿਲੇ ਤਾਂ ਇਹ ਹੈ ਕਿ ਆਪਣੇ ਖਾਣ ਵਾਸਤੇ ਸਬਜ਼ੀਆਂ, ਘਰ ਦਾ ਰਾਸ਼ਨ ਜਿਹੜਾ ਨਾ, ਇਹ ਜਿਹੜੀ ਚੀਜ਼ਾਂ ਜਿਹੜੀਆਂ ਨਾ ਪਹਿਲੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਮਤਲਬ ਆਪ ਜਿਹੜਾ ਹੈ ਆਪ ਵੀ ਅਸੀਂ ਜ਼ਹਿਰ ਖਾ ਰਹੇ ਹਾਂ ਤੇ ਜੇ ਮਾਰਕੀਟ ਦੇ ਵਿੱਚ ਤਾਂ ਜ਼ਹਿਰ ਜਾ ਹੀ ਰਹੀ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹਨੂੰ ਸਲੋ ਪੋਇਜ਼ਨ ਕਹਿੰਦੇ ਨੇ ਉਹ ਹੋ ਰਹੀਆਂ ਨੇ। ਅੱਛਾ, ਜਦੋਂ ਆਪਾਂ ਗੱਲ ਕਰਦੇ ਕਿ ਜਦੋਂ ਪੂਰੇ ਏਰੀਆ 'ਚ ਤਾਂ ਨਹੀਂ, ਚਲੋ ਤੁਹਾਡੇ ਕੋਲ 2 ਏਕੜ ਜਾਂ 1 ਏਕੜ 'ਚ ਤਾਂ ਸ਼ੁਰੂ ਕਰ ਹੀ ਸਕਦੇ ਆ। ਐਸਾ ਨਾ ਥੋੜੇ ਏਰੀਆ ਦੇ ਵਿੱਚ ਤੁਸੀਂ ਘੱਟ ਤੋਂ ਘੱਟ ਆਪਣੇ ਖਾਣ ਵਾਸਤੇ, ਆਪਣੇ ਜਿਹੜੇ ਨੇ ਰਿਸ਼ਤੇਦਾਰਾਂ ਦੇ ਖਾਣ ਵਾਸਤੇ ਤੇ ਪੈਦਾ ਕਰ ਹੀ ਸਕਦੇ ਹੋ ਉਹਨਾਂ ਚੀਜ਼। ਤੇ ਉਹ ਹੈ ਕਿ ਉਹਦੇ ਨਾਲ ਇਹ ਹੈ ਕਿ ਤੁਹਾਡੇ ਆਪਣੇ ਘਰ ਦੇ ਵਿੱਚ ਖਾਣ ਵਾਸਤੇ ਤੁਹਾਨੂੰ ਪਤਾ ਕਿ ਤੁਸੀਂ ਕੀ ਖਾ ਰਹੇ ਹੋ, ਕਿੰਨੇ ਕੁ ਆਪਾਂ ਸਪਰੇਅ ਕੀਤੇ ਨੇ, ਕੀ ਖਾਦਾਂ ਪਾਈਆਂ ਨੇ। ਤੇ ਉਹਨਾਂ ਕੁ ਫਸਲ ਪਹਿਲੇ ਆਪਣੇ ਖਾਣ ਵਾਸਤੇ ਚੰਗੀ ਕੁਆਲਿਟੀ ਪੈਦਾ ਕਰ ਲਈ ਹੈ ਤੇ ਫਿਰ ਜਿਹੜਾ ਨਾ ਨਾਲ ਇਹ ਹੈ ਕਿ ਬਹੁਤੀਆਂ ਚੀਜ਼ਾਂ ਲਾਂਗੇ ਤੇ ਕੁਛ ਨਾ ਕੁਛ ਵਿਕਦੀ ਰਹਿੰਦੀ ਹੈ ਤੇ ਉਹ ਜਿਹੜੀ ਨਾ ਇਨਕਮ ਵੀ ਬਣੀ ਰਹਿੰਦੀ ਉਹਦੀ। ਅੱਛਾ, ਇਸ ਤੋਂ ਇਲਾਵਾ ਤੁਸੀਂ ਕਹਿੰਦੇ ਸੀ ਕਿ ਫਰੂਟ ਜਿਹੜਾ ਹੈ ਪੀਚ ਲਾ ਰੱਖਿਆ ਤੁਸੀਂ, ਅਸੀਂ ਉਹਨੂੰ ਵੀ ਦੇਖਾਂਗੇ।
ਤੁਸੀਂ ਫਿਲਹਾਲ ਬੇਰੀਆਂ ਦਾ ਨਜ਼ਾਰਾ ਲੈ ਸਕਦੇ ਹੋ ਕਿਉਂਕਿ ਬੇਰੀਆਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਹੜੀਆਂ ਨੇ ਉਹ ਘੱਟੇ ਮਿਲਦੀਆਂ ਇੱਥੋਂ ਦੀ ਹੋ ਜਾਈਏ ਜੀ। ਤੁਸੀਂ ਦੇਖ ਸਕਦੇ ਹੋ ਜਿਹੜੀ ਬੇਰੀ ਹੈ ਉਹ ਵੀ ਡਾਕਟਰ ਸਾਹਿਬ ਹੁਣਾਂ ਨੇ ਇਹ ਡ੍ਰਿਪ ਇਰੀਗੇਸ਼ਨ ਦੇ ਉੱਤੇ ਰੱਖੀ ਹੋਈ ਆ। ਜਦੋਂ ਡਾਕਟਰ ਸਾਹਿਬ ਜਦੋਂ ਆਪਾਂ ਡ੍ਰਿਪ ਇਰੀਗੇਸ਼ਨ ਦੀ ਗੱਲ ਕਰਦੇ ਹਾਂ ਤੇ ਇਹ ਪਾਈਪਾਂ ਜਿਹੜੀਆਂ ਨੇ ਇਹਨਾਂ ਦੀ ਲਾਈਫ ਲਾਈਨ ਕਿੰਨੀ ਕੁ ਹੈ, ਮਤਲਬ ਕਿਉਂਕਿ ਜਦੋਂ ਕਿਸਾਨ ਲਾਵੇ ਤਾਂ ਉਹ ਕਿੰਨੇ ਕੁ ਸਾਲ ਇਸ ਪਾਈਪ ਨੂੰ ਹੰਢਾ ਸਕਦਾ ਹੈ ਪੂਰੇ ਸਿਸਟਮ ਨੂੰ? ਜਿਹੜੀਆਂ ਮੈਂ ਪਹਿਲੇ ਲਗਾਈਆਂ ਸਨ ਤੇ ਤਕਰੀਬਨ 4-5 ਸਾਲ ਤੱਕ ਕਿਤੇ ਨਹੀਂ ਜਾਂਦਾ ਜੀ ਇਹ। ਔਰ ਦੂਸਰਾ ਇਹ ਹੈ ਕਿ ਇਹ ਗਵਰਨਮੈਂਟ ਜਿਹੜੀ ਹੈ ਨਾ ਇਹ 'ਤੇ ਤੁਹਾਨੂੰ ਸਬਸਿਡੀ ਵੀ ਦਿੰਦੀ ਹੈ, 70% ਸਬਸਿਡੀ ਦਿੰਦੀ ਹੈ ਤੇ ਕੋਈ ਬਹੁਤਾ ਮਹਿੰਗਾ ਨਹੀਂ ਰਹਿੰਦਾ। ਪਰ ਇਹਦਾ ਫਾਇਦਾ ਇਹ ਹੁੰਦਾ ਕਿ ਜਿੱਥੇ ਪਾਣੀ ਚਾਹੀਦਾ ਜਾਂ ਜਿੱਥੇ ਖਾਦ ਚਾਹੀਦੀ ਹੈ ਉੱਥੇ ਪੈਂਦੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਆਪਣੀ ਪੈਰੀਫੈਰੀ ਦੇ ਉੱਤੇ ਸਾਰੇ ਆਮਲੇ ਲਾ ਰੱਖੇ ਨੇ, ਅੱਗੇ ਜਾ ਕੇ ਅੰਜੀਰ ਵੀ ਤੁਹਾਨੂੰ ਦਿਖਾਵਾਂਗੇ। ਇਹ ਇੱਕ ਤਰੀਕੇ ਦੇ ਨਾਲ ਸ਼ੌਂਕ ਹੈ ਕਿ ਜ਼ਮੀਨ ਜਿਹੜੀ ਹੈ ਉਹਨੂੰ ਨੁਕਸਾਨ ਨਾ ਪਹੁੰਚੇ। ਅਕਸਰ ਅਸੀਂ ਸੁਣਦੇ ਸੀਗੇ ਜਦੋਂ ਛੋਟੇ ਹੁੰਦੇ ਸੀ ਜਾਂ ਹੁਣ ਵੀ ਆਪਾਂ ਸੁਣਦੇ ਹਾਂ ਕਿ ਜ਼ਮੀਨ ਮਾਂ ਵਰਗੀ ਹੈ ਜਿਹੜਾ ਕਿਸਾਨ ਹੁੰਦਾ ਹੈ। ਪਰ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਰ ਲਓ ਜਾਂ ਫਿਰ ਇਹ ਕਹਿ ਲਓ ਕਿ ਜ਼ਿਆਦਾ ਮੁਨਾਫੇ ਦੇ ਚੱਕਰ 'ਚ ਜ਼ਮੀਨ ਨੂੰ ਜਿਹੜਾ ਹੈ ਅਸੀਂ ਬਹੁਤ ਨੁਕਸਾਨ ਪਹੁੰਚਾ ਲਿਆ। ਡਾਕਟਰ ਸਾਹਿਬ ਦੇ ਕਹਿਣ ਖੁਣੋ ਕਿ ਜੇ ਥੋੜ੍ਹੀ ਜਗ੍ਹਾ ਦੇ ਵਿੱਚ ਹੀ ਅਸੀਂ ਆਪਣੇ ਜੋਗਾ ਇਹ ਕਰ ਲਈਏ ਤਾਂ ਥੋੜ੍ਹੀ ਜਗ੍ਹਾ ਬਦਲ ਕੇ ਅਗਲੇ ਸਾਲ ਫਿਰ ਦੂਸਰੀ ਜਗ੍ਹਾ ਦੇ ਵਿੱਚ ਕਰ ਲਈਏ ਤਾਂ ਜ਼ਮੀਨ ਦੀ ਇੱਕ ਜਿਹੜੀ ਤਾਕਤ ਹੈ, ਸਿਹਤ ਹੈ, ਉਹ ਵੀ ਬਣੀ ਰਹੂਗੀ ਤੇ ਸਾਡਾ ਵੀ ਜਿਹੜਾ ਫਾਇਦਾ ਹੁੰਦਾ ਰਹੂਗਾ। ਤੁਸੀਂ ਦੇਖ ਸਕਦੇ ਹੋ ਕਿ ਪੂਰੀ ਪੈਰੀਫੈਰੀ ਦੇ ਉੱਤੇ ਜਿਹੜਾ ਨੇ ਆਮਲੇ ਲੱਗੇ ਨੇ, ਕਿਤੇ ਕਿਤੇ ਆਮਲੇ ਲੱਗੇ ਵੀ ਹੋਏ ਨੇ ਇਸ ਵਕਤ, ਪਰ ਇਹ ਸੀਜ਼ਨ ਆਮਲੇ ਦਾ ਨਹੀਂ ਹੈ ਮੇਰੇ ਖਿਆਲ ਨਾਲ। ਤੇ ਆਮਲੇ ਐਕਚੁਅਲੀ ਕੀ ਹੈ ਕਿ ਇੱਕ ਚਾਰੋਂ ਪਾਸੇ ਮੈਂ ਇਹਦੇ ਆਮਲੇ ਦੇ ਬੂਟੇ ਲਗਾਏ ਦੇ ਨੇ, ਕੋਈ ਲਗਭਗ 70-80 ਬੂਟੇ ਆਮਲੇ ਦੇ ਹਨ। ਤੇ ਇੱਕ ਤੇ ਉਹਦਾ ਫਾਇਦਾ ਇਹ ਹੈ ਕਿ ਇਹ ਕੋਈ ਕਿਨਾਰੇ ਨੇ ਤੇ ਇਸ ਕਰਕੇ ਜ਼ਿਆਦਾ ਜਗ੍ਹਾ ਨਹੀਂ ਰੋਕਦੇ, ਇੱਕ ਦੇਖਣ ਨੂੰ ਵੀ ਖੂਬਸੂਰਤ ਹੁੰਦਾ। ਦੂਸਰਾ ਇਹਦੇ 'ਚੋਂ ਆਮਲੇ ਜਿਹੜੇ ਨੇ ਮਿਲਦੇ ਨੇ ਕਾਫੀ ਅੱਛੇ ਬੂਟੇ ਜਿਹੜੇ ਨੇ। ਇਹ 4 ਸਾਲ ਦੇ ਬਾਅਦ ਜਿਹੜਾ ਨਾ ਇਕਨੋਮਿਕਲ ਈਲਡ ਜਿਹੜੀ ਇਹ ਦੇਣਾ ਸ਼ੁਰੂ ਕਰ ਦਿੰਦਾ ਹੈ ਆਮਲਾ। ਤੇ ਆਮਲਾ ਇਹਦੀ ਜਿਹੜੀ ਇਹ ਇੱਕ ਤਾਂ ਬੜੀ ਅੱਛੀ ਚੀਜ਼ ਹੈ ਆਪਣੇ ਖਾਣ ਵਾਸਤੇ ਵੀ, ਔਰ ਵੈਸੇ ਵੀ ਜਿਹੜਾ ਐਸੇ ਅੱਜ ਕੱਲ੍ਹ ਸਿਹਤ ਵਾਸਤੇ ਵੀ ਅੱਛੀ ਹੈ। ਵਿਟਾਮਿਨ ਸੀ ਮੈਕਸੀਮਮ ਹੁੰਦਾ ਇਹਦੇ ਵਿੱਚ। ਔਰ ਦੂਸਰਾ ਇਹ ਹੈ ਕਿ ਇਹ ਐਡੀਸ਼ਨਲ ਇਨਕਮ ਹੈ, ਇੱਕ ਪਾਸੇ ਲੱਗੇ ਔਰ ਜ਼ਿਆਦਾ ਦੇਖ ਰੇਖ ਨਹੀਂ ਮੰਗਦੇ। ਔਰ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਆਵੇ। ਅੱਛਾ, ਮੈਂ ਤੁਹਾਨੂੰ ਦੱਸਦਾ ਕਿ 6 ਕਿੰਨੂਆਂ ਜਿੰਨਾ ਇੱਕ ਆਮਲੇ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਔਰ ਜੇ ਤੁਸੀਂ ਖਾਲੀ ਪੇਟ ਲੈਂਦੇ ਹੋ ਤਾਂ ਬਹੁਤ ਫਾਇਦੇ ਨੇ ਇਹਦੇ। ਡਾਕਟਰ ਸਾਹਿਬ ਇੱਦਾਂ ਹੀ ਹੈ? ਹਾਂਜੀ ਬਿਲਕੁਲ। ਦੇਖੋ ਹੁਣ ਚਮਨਫਰਾਸ਼ ਬਣਦੀ ਹੈ, 90% ਜਿਹੜਾ ਨਾ ਉਹਦੇ 'ਚ ਆਮਲਾ ਹੁੰਦਾ ਜੀ। ਜਿਹੜੇ ਆਏ ਕਹਿੰਦੇ ਨੇ ਕਿ ਆਪਣੀ ਇਮਿਊਨਿਟੀ ਬਣਾਉਣ ਵਾਸਤੇ ਹੁਣ ਕਰੋਨਾ ਦੇ ਪੀਰੀਅਡ ਦੇ ਵਿੱਚ ਵੀ ਆਮਲਾ ਖਾਓ ਅਤੇ ਆਮਲੇ ਦਾ ਜੂਸ ਪੀਓ, ਆਮਲੇ ਦਾ ਜਿਹੜਾ ਤੁਸੀਂ ਅਚਾਰ ਖਾਓ, ਆਮਲੇ ਦਾ ਮੁਰੱਬਾ ਖਾਓ, ਆਮਲੇ ਦਾ ਕਿਸੇ ਤਰੀਕੇ ਨਾਲ ਵੀ ਤੁਸੀਂ ਇਹਨੂੰ ਖਾਓਗੇ ਤਾਂ ਉਹ ਇਹਨੂੰ ਤੁਸੀਂ ਕਈ ਚੀਜ਼ਾਂ ਇਹਦੀਆਂ ਬਣਦੀਆਂ, ਚਟਨੀਆਂ ਬਣਦੀਆਂ ਨੇ, ਇਹਨੂੰ ਸੁਖਾ ਕੇ ਵੀ ਰੱਖ ਸਕਦੇ ਹੋ, ਇਹਦਾ ਜੂਸ ਵੀ ਕੱਢ ਸਕਦੇ ਹੋ। ਅਤੇ ਇਹਦਾ ਇਹ ਹੈ ਕਿ ਇੱਕ ਤਾਂ ਸਿਹਤਮੰਦ ਚੀਜ਼ ਹੈ, ਦੂਸਰਾ ਇਹ ਹੈ ਕਿ ਇਹਨੂੰ ਦੇਖ ਰੇਖ ਨਹੀਂ ਮੰਗਦਾ ਬੂਟੇ। ਇੱਕ ਵਾਰ ਤੁਸੀਂ ਲਗਾ ਦਿੱਤਾ ਅਤੇ ਫਿਰ ਇਹਨੇ ਆਪਣਾ ਸੀਜ਼ਨ 'ਤੇ ਇਹਨਾਂ ਨੂੰ ਝਾੜ ਦੇ ਹੀ ਜਾਣਾ ਬਸ। ਤੁਸੀਂ ਦੇਖ ਸਕਦੇ ਹੋ ਆਫ ਸੀਜ਼ਨ ਹੈ ਤਦ ਵੀ ਇੰਨੇ ਕੁ ਬਹੁਤ ਲੱਗੇ ਹੋਏ ਨੇ ਉੱਪਰ ਵੀ, ਔਰ ਇੱਥੇ ਵੀ ਬਹੁਤ ਜ਼ਿਆਦਾ ਆਮਲੇ ਨੇ। ਇਹ ਆਮਲਾ ਬਹੁਤ ਗੁਣਕਾਰੀ ਹੈ। ਜਿਵੇਂ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਜੇ ਚਮਨਪ੍ਰਸ਼ ਦੀ ਗੱਲ ਕਰੀਏ, ਇਮਿਊਨਿਟੀ ਬੂਸਟਰਸ ਦੀ ਗੱਲ ਕਰੀਏ ਤਾਂ 90% ਉਹਨਾਂ ਦੇ ਵਿੱਚ ਆਮਲਾ ਜਿਹੜਾ ਹੈ ਉਹ ਹੁੰਦਾ ਹੈ। ਅਸੀਂ ਇੱਦਾਂ ਚੱਲਦੇ ਰਹਾਂਗੇ। ਅੰਜੀਰ ਦੇ ਦਰਖਤ ਵੀ ਜਿਹੜੇ ਆਪਾਂ ਦੇਖਾਂਗੇ ਜਿਹੜੇ ਇਹਨਾਂ ਨੇ ਲਾਏ ਰੱਖੇ ਨੇ। ਤੁਸੀਂ ਦੇਖ ਸਕਦੇ ਹੋ ਇਹ ਡ੍ਰਿਪ ਇਰੀਗੇਸ਼ਨ ਸਿਸਟਮ ਥਰੂ ਜਿਹੜਾ ਹੈ ਉਧਰ ਦੀ ਪਾਣੀ ਜਾਂਦਾ ਆ ਔਰ ਇੱਥੋਂ ਦੀ ਇਹ ਨਿਊਟ੍ਰੀਸ਼ਨ ਜਿਹੜੇ ਨੇ ਉਹ ਦਿੰਦੇ ਨੇ ਫਸਲ ਨੂੰ। ਇਹ ਇਸ ਤਰੀਕੇ ਨਾਲ ਹੈ ਜੀ ਕਿ ਜਿਹੜਾ ਨੈਟ ਜਿਹੜਾ ਆਪਣਾ ਸ਼ੇਡ ਨੈਟ ਹਾਊਸ ਹੈ ਉਹਦੇ ਵਿੱਚ ਆਪਾਂ ਖਾਦ ਦੇਣੀ ਹੈ, ਪਾਣੀ ਦੇਣਾ, ਅਤੇ ਇਹ ਸਿਸਟਮ ਕੰਟਰੋਲ ਯੂਨਿਟ ਹੈ ਇਹਨਾਂ ਦਾ। ਇਹਦੇ 'ਚ ਮੋਟਰ ਹੈ, ਉਹਦੇ 'ਚ ਜਿਹੜਾ ਨਾ ਮੋਟਰ ਜਿਹੜਾ ਨਾ ਪਾਣੀ ਲੈਂਦੀ ਹੈ, ਪਾਣੀ ਦਾ ਟੈਂਕ ਹੈ ਉੱਥੋਂ ਪਾਣੀ ਲੈਂਦੀ ਹੈ। ਉਹਦੇ ਬਾਅਦ ਜਿਹੜਾ ਨਾ ਸੈਂਡ ਫਿਲਟਰ ਹੈ ਜਿਹਦੇ 'ਚ ਸੈਂਡ ਹੈ ਉਹ ਫਿਲਟਰ ਹੋ ਜਾਂਦੀ ਹੈ। ਫਿਰ ਜਿਹੜਾ ਨਾ ਇਹ ਇਸ ਪ੍ਰੈਸ਼ਰ ਪਾਰਟੀਕੂਲਰ ਪ੍ਰੈਸ਼ਰ ਅਸੀਂ ਰੈਗੂਲੇਟ ਕਰਦੇ ਹਾਂ। ਤਕਰੀਬਨ ਅਸੀਂ 1.5 kg ਪਰ ਸੈਂਟੀਮੀਟਰ ਦਾ ਪ੍ਰੈਸ਼ਰ ਇੱਥੋਂ ਦਿੰਦੇ ਹਾਂ। ਅਤੇ ਉਹਦੇ ਨਾਲ ਕੀ ਹੈ ਕਿ ਜਿਹੜਾ ਡ੍ਰਿਪਸ ਤੋਂ ਬੂੰਦ ਬੂੰਦ ਪਾਣੀ ਜਿਹੜਾ ਨਾ ਉੱਧਰ ਜਾਂਦਾ। ਔਰ ਜਦੋਂ ਬੂਟੇ ਦੀ ਸਟੇਜ ਦੇ ਹਿਸਾਬ ਦੇ ਨਾਲ ਅਸੀਂ ਖਾਦ ਦਿੰਦੇ ਹਾਂ, ਫਿਰ ਜਿੰਨੀ ਖਾਦ ਚਾਹੀਦੀ ਹੈ ਫਿਰ ਉਨੀ ਖਾਦ ਦਿੰਦੇ ਹਾਂ। ਅਤੇ ਉਸ ਤਰੀਕੇ ਨਾਲ ਖਾਦ ਦੀ ਵੀ ਬੱਚਤ ਹੁੰਦੀ ਹੈ, ਪਾਣੀ ਦੀ ਵੀ ਬੱਚਤ ਹੁੰਦੀ ਹੈ। ਤੇ ਇਸ ਕਈ ਨਾ ਕਿਸਾਨ ਇਹ ਸਮਝਦੇ ਨੇ ਕਿ ਇਹ ਸਿਸਟਮ ਮਹਿੰਗਾ ਆ ਔਰ ਜਦੋਂ ਫਸਲ ਖਤਮ ਹੋ ਜਾਂਦੀ ਉਹਦੀਆਂ ਪਾਈਪਾਂ ਇਕੱਠੀਆਂ ਕਰਨ ਦਾ ਬਹੁਤ ਝੰਜਟ ਰਹਿੰਦਾ ਆ। ਤੁਹਾਡੇ ਨਾਲ ਵੀ ਇੱਦਾਂ ਦਾ ਕੁਛ ਹੁੰਦਾ, ਤੁਹਾਨੂੰ ਮਹਿੰਗਾ ਲੱਗਦਾ ਆ? ਨਹੀਂ, ਅਸੀਂ ਇੱਕ ਸਿਸਟਮ ਡਿਵੈਲਪ ਕੀਤਾ
ਜਾਂ ਤਾਂ ਅਸੀਂ ਪਾਈਪਾਂ ਦਾ ਨਾ ਇੱਕ ਰੋਲ ਕਰਨ ਵਾਲਾ ਬਣਾਇਆ ਦਾ, ਇੱਕ ਇੰਸਟਰੂਮੈਂਟ ਬਣਾਇਆ, ਉਹਦੇ ਨਾਲ ਫਟਾਫਟ ਜਿਹੜੀਆਂ ਰੋਲ ਗੋਲ ਹੋ ਜਾਂਦੀਆਂ ਨੇ ਪਾਈਪਾਂ, ਜਾਂ ਫਿਰ ਸਿੱਧੀਆਂ ਸਿੱਧੀਆਂ ਚੁੱਕ ਕੇ ਅਸੀਂ ਦੋਨੋਂ ਪਾਸੇ ਰੱਖ ਦਿੰਦੇ ਹਾਂ ਅਤੇ ਉਹਨੂੰ ਕੁਛ ਨਹੀਂ ਵਿਗੜਦਾ ਪਾਈਪਾਂ ਦਾ, ਅਤੇ ਉਹ ਬਹੁਤਾ ਟਾਈਮ ਨਹੀਂ ਲੱਗਦਾ। ਇੱਕ ਪਾਸੇ ਦੋਨੋਂ ਪਾਸੇ ਦੋ ਬੰਦੇ ਜਿਹੜੇ ਨੇ ਚੁੱਕ ਕੇ ਇੱਕ ਪਾਸੇ ਰੱਖ ਦਿੰਦੇ ਨੇ, ਜਾਂ ਫਿਰ ਇੱਕ ਜਿਹੜਾ ਨਾ ਰੋਲ ਕਰਨ ਵਾਲਾ ਉਹ 'ਚ ਬੰਡਲ ਬਣਾ ਕੇ ਰੱਖ ਦਿੰਦੇ ਨੇ। ਲੇਕਿਨ ਇਹ ਹੈ ਕਿ ਜਦੋਂ ਤੁਸੀਂ ਵਿਛਾ ਦਿੰਦੇ ਹੋ ਤਾਂ ਤੁਹਾਡੀ ਜਿਹੜੀ ਹੈ ਨਾ ਪਾਣੀ ਦੀ ਬੱਚਤ ਬਹੁਤ ਹੈ ਔਰ ਖਾਦ ਦੀ ਬੱਚਤ ਬਹੁਤ ਹੈ, ਕਿਉਂਕਿ ਖਾਦ ਦੀ ਸ਼ੁਰੂ ਦੇ ਵਿੱਚ ਅਗਰ ਬੂਟਾ ਛੋਟਾ ਉਹਨੂੰ ਜ਼ਰੂਰਤ ਨਹੀਂ ਹੁੰਦੀ ਪੂਰੀ ਖਾਦ ਦੀ, ਅਤੇ ਆਪਾਂ ਸ਼ੁਰੂ ਦੇ ਵਿੱਚ ਪੂਰੀ ਖਾਦ ਦੇਣ ਦਾ ਫਾਇਦਾ ਹੀ ਕੋਈ ਨਹੀਂ। ਆਪਾਂ ਖਾਦ ਜਿਹੜੀ ਕਨਵੈਨਸ਼ਨਲ ਜਿਹੜੀ ਕਰਦੇ ਹਾਂ ਪੂਰੀ ਖਾਦ ਦਿੰਦੇ ਹਾਂ। ਅਸੀਂ ਸ਼ੁਰੂ ਦੇ ਵਿੱਚ ਜਦੋਂ ਬੂਟਾ ਛੋਟਾ ਅਤੇ ਅਸੀਂ ਜਿਸ ਤਰ੍ਹਾਂ ਹੁਣ ਉਹਦੀ ਜ਼ਰੂਰਤ ਆ ਉਹਦੇ ਹਿਸਾਬ ਨਾਲ ਥੋੜ੍ਹੀ ਜਿਹੀ 10 ਗ੍ਰਾਮ 20 ਗ੍ਰਾਮ ਖਾਦ ਦਿੰਦੇ ਹਾਂ, ਜਦ ਕਿ ਉਹਨੂੰ ਇਸ ਤਰ੍ਹਾਂ ਨਹੀਂ ਅਗਰ ਕਰਦੇ ਤਾਂ ਉਹ ਟਰਡੀਸ਼ਨਲ ਤਰੀਕੇ ਨਾਲ ਤਾਂ ਕਿਲੋਆਂ ਦੇ ਹਿਸਾਬ ਨਾਲ ਖਾਦ ਜ਼ਮੀਨ 'ਚ ਪਾਉਂਦੇ ਆ। ਲੇਕਿਨ ਜਦੋਂ ਸ਼ੁਰੂ ਦੇ ਵਿੱਚ ਜਦੋਂ ਬੂਟਾ ਹੀ ਛੋਟਾ ਉਹਦਾ ਖੁਰਾਕ ਹੀ ਘੱਟ ਹੈ ਅਤੇ ਆਪਾਂ ਉਹਨੂੰ ਬਹੁਤੀ ਖੁਰਾਕ ਦੇ ਕੇ ਤਾਂ ਬੂਟੇ ਨੂੰ ਫਾਇਦਾ ਨਹੀਂ ਹੁੰਦਾ। ਜੀ ਸੋ ਕਿਤੇ ਨਾ ਕਿਤੇ ਇਹ ਵੀ ਹੈ ਕਿ ਇਹਦੇ ਵਿੱਚ ਚਾਹੇ ਸੈਟਅਪ ਤੁਹਾਨੂੰ ਇੱਦਾਂ ਲੱਗਦਾ ਹੋਵੇ ਕਿ ਬੜਾ ਭਾਰੀ ਹੈ, ਪਰ ਫਾਇਦਾ ਬਹੁਤ ਹੈ। ਅੱਛਾ, ਸੈਕਿੰਡ ਇਹਨਾਂ ਦਾ ਸ਼ੈੱਡ ਹਾਊਸ ਹੈ, ਉਸ ਸ਼ੈੱਡ ਹਾਊਸ ਦੇ ਵਿੱਚ ਇਹਨਾਂ ਨੇ ਮੂੰਗੀ ਦੀ ਦਾਲ ਲਾ ਰੱਖੀ ਹੈ। ਜਦੋਂ ਆਪਾਂ ਦਾਲਾਂ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ, ਤੇ ਦਾਲਾਂ ਅੱਜ ਕੱਲ੍ਹ ਕੋਈ ਲਾਉਂਦਾ ਨਹੀਂ, ਤੇ ਤੁਸੀਂ ਦਾਲ ਲਾਈ ਹੈ, ਇਹਦੇ ਪਿੱਛੇ ਪਰਪਸ ਕੀ ਹੈ? ਕਿ ਕਮਰਸ਼ੀਅਲ ਪਰਪਸ ਹੈ ਜਾਂ ਕੀ ਪਰਪਸ ਹੈ? ਦੇਖੋ, ਮੇਰਾ ਐਕਚੁਅਲੀ ਡਬਲ ਪਰਪਸ ਹੈ ਉਹਦੇ ਵਿੱਚ। ਡਬਲ ਪਰਪਸ ਉਹਦਾ ਇਹ ਹੈ, ਇੱਕ ਤਾਂ ਜਿਹੜਾ ਨਾ ਆਪਾਂ ਦਾਲਾਂ ਵਾਲੀ ਫਸਲਾਂ ਜਿਹੜੀਆਂ ਨਾ ਇਹ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਫਿਕਸ ਕਰਦੀਆਂ ਨੇ, ਇਹ ਥੱਲੇ ਨਡਿਊਲ ਬਣਾਉਂਦੀਆਂ ਨੇ, ਅਤੇ ਇਸ ਕਰਕੇ ਜ਼ਮੀਨ ਦੀ ਕੁਆਲਿਟੀ ਵਧਾਉਂਦੀਆਂ ਨੇ। ਦੂਸਰਾ ਹੈ ਕਿ ਤੁਸੀਂ ਦਾਲ 'ਤੇ ਆਪਣਾ ਦਾਲ ਵਾਸਤੇ ਮੂੰਗੀ ਕੱਟ ਲਓਗੇ ਉੱਪਰੋਂ, ਅਤੇ ਉਹਦੀਆਂ ਜੜ੍ਹਾਂ ਫਿਰ ਜ਼ਮੀਨ ਦੇ ਵਿੱਚ ਹੀ ਛੱਡ ਦੋਗੇ, ਅਤੇ ਆਰਗੈਨਿਕ ਮੈਟਰ ਵੱਧਦਾ, ਸਾਇਲ ਦੀ ਕੁਆਲਿਟੀ ਵੱਧਦੀ ਹੈ, ਔਰ ਬੜੀ ਛੋਟੀ ਫਸਲ ਹੈ, ਲਗਭਗ 70-80 ਦਿਨ ਦੇ ਵਿੱਚ ਜਿਹੜੀ ਹੈ ਨਾ ਇਹ ਫਸਲ ਕੰਪਲੀਟ ਹੋ ਜਾਂਦੀ ਹੈ। ਜਦੋਂ ਚਲੋ ਆਪਾਂ ਦੇਖ ਲਈਏ ਪਹਿਲਾਂ ਕਿ ਕਿੰਨੇ ਏਰੀਆ ਦੇ ਵਿੱਚ ਹੈ, ਕਿਵੇਂ ਲਾਈ ਹੋਈ ਹੈ, ਅਤੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੂੰਗੀ ਦੇ ਉੱਤੇ ਵੀ। ਤੁਸੀਂ ਦੇਖ ਸਕਦੇ ਹੋ ਇਸ ਵਾਲੇ ਸ਼ੈੱਡ ਹਾਊਸ ਦੇ ਵਿੱਚ ਡਾਕਟਰ ਸਾਹਿਬ ਹੁਣਾਂ ਨੇ ਮੂੰਗੀ ਲਾ ਰੱਖੀ। ਇਹ ਤਕਰੀਬਨ 1200 ਸਕੁਅਰ ਮੀਟਰ ਏਰੀਆ ਦਾ ਸ਼ੈੱਡ ਐਂਡ ਨੈਟ ਹਾਊਸ ਹੈ, ਜਿਹਦੇ ਵਿੱਚ ਕੋਈ 1000 ਸਕੁਅਰ ਮੀਟਰ ਦੇ ਵਿੱਚ ਲੱਗੀ ਹੈ, ਮੂੰਗੀ ਲੱਗੀ ਹੈ। ਅਤੇ ਇਹ ਤੋਂ ਪਹਿਲੇ ਆਲੂ ਸੀਗਾ। ਆਲੂ ਦੀ ਪਟਾਈ ਦੇ ਬਾਅਦ ਇਹਦੀ ਜ਼ਮੀਨ ਦੀ ਕੁਆਲਿਟੀ ਵਧਾਉਣ ਵਾਸਤੇ ਅਸੀਂ ਮੂੰਗੀ ਦੀ ਫਸਲ ਲਗਾਈ ਹੈ, ਕਿਉਂਕਿ ਜਿਹੜੀ ਕੋਈ ਵੀ ਦਾਲ ਵਾਲੀ ਫਸਲ ਹੈ ਇਹਦੇ ਥੱਲੇ ਜਿਹੜੇ ਨੇ ਨਡਿਊਲ ਬਣਦੇ ਨੇ, ਛੋਟੀ ਛੋਟੀ ਗੱਠਾਂ ਬਣਦੀਆਂ ਨੇ ਪਿੰਕ ਕਲਰ ਦੀਆਂ, ਜਿਹੜੀਆਂ ਨਾਈਟ੍ਰੋਜਨ ਫਿਕਸ ਕਰਦੀਆਂ ਨੇ ਔਰ ਜ਼ਮੀਨ ਦੀ ਕੁਆਲਿਟੀ ਇੰਪਰੂਵ ਕਰਦੀਆਂ ਨੇ। ਅਤੇ ਮੂੰਗੀ ਦੀ ਫਸਲ ਵੀ ਹੋ ਜਾਊਗੀ, ਨਾਲੇ ਜਿਹੜੀ ਜ਼ਮੀਨ ਦੇ ਵਿੱਚ ਆਰਗੈਨਿਕ ਮੈਟਰ ਵੱਧ ਜਾਏਗਾ, ਔਰ ਨਾਲੇ ਇਹਦੀ ਕੁਆਲਿਟੀ ਜਿਹੜੀ ਹੈ ਨਾ ਅੱਗੇ ਪੋਟੈਟੋ ਵਾਸਤੇ ਅੱਛੀ ਹੋ ਜਾਏਗੀ, ਅਤੇ ਨਾਲੇ ਨੈਮੇਟੋਡ ਨਹੀਂ ਆਏਗਾ ਇਹਦੇ ਵਿੱਚ। ਜਦੋਂ ਆਪਾਂ ਇਹ ਦਾਲਾਂ ਵਾਲੀ ਫਸਲਾਂ 'ਚ ਨੈਮੇਟੋਡ ਇਹਦੇ 'ਚ ਨਹੀਂ ਆਉਂਦਾ ਮੂੰਗੀ ਦੇ ਵਿੱਚ। ਅਗਰ ਆਪਾਂ ਖੀਰਾ ਲੈਂਦੇ ਹਾਂ ਜਾਂ ਸਬਜ਼ੀਆਂ ਲੈਂਦੇ ਹਾਂ ਤਾਂ ਨੈਮੇਟੋਡ ਦੀ ਚਾਂਸ ਵੱਧ ਜਾਂਦਾ। ਇਹ ਨੈਮੇਟੋਡ ਹੈ ਕੀ ਜਿਹੜਾ ਇਹਦੇ ਨਾਲ ਕੋਈ ਪ੍ਰੋਬਲਮ ਹੁੰਦੀ ਹੈ ਜ਼ਮੀਨ ਨੂੰ? ਜਾਂ ਨੈਮੇਟੋਡ ਜਿਹੜੇ ਨੇ, ਅਗਰ ਅਸੀਂ ਬਾਰ-ਬਾਰ ਸਬਜ਼ੀ ਦੀ ਫਸਲਾਂ ਲੈਂਦੇ ਹਾਂ ਕਿਸੇ ਨੈਟ ਹਾਊਸ ਦੇ ਅੰਦਰ, ਅਤੇ ਉਹਦੇ ਅੰਦਰ ਜੜ੍ਹ ਦੇ ਵਿੱਚ ਨਾ ਇੱਕ ਛੋਟੇ ਲੰਬੇ ਨੈਮੇਟੋਡ ਕੀੜੇ ਜਿਹੇ ਹੁੰਦੇ ਨੇ, ਉਹ ਜੜ੍ਹਾਂ ਦੇ ਵਿੱਚ ਜਾ ਕੇ ਜੜ੍ਹਾਂ ਨੂੰ ਮੋਟੀਆਂ ਕਰ ਦਿੰਦੇ ਨੇ, ਅਤੇ ਉਹ ਫਿਰ ਕੀ ਹੈ ਕਿ ਉਹ ਜ਼ਮੀਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਜੜ੍ਹਾਂ, ਅਤੇ ਉਹ ਵੀ ਅਗਲੇ ਸਾਲ ਵੀ ਉਹ ਜੜ੍ਹਾਂ ਨਾਲ ਕਰਦੇ ਨੇ। ਅਗਰ ਉਹ ਨੈਮੇਟੋਡ ਹੋ ਜਾਏ ਤਾਂ ਉਹ ਬੂਟਿਆਂ ਨੂੰ ਸੁਕਾ ਦਿੰਦੇ ਨੇ, ਬੂਟਿਆਂ ਨੂੰ ਵਿਲਟ ਕਰ ਦੇਣਗੇ, ਬੂਟਿਆਂ ਦੀ ਜ਼ਮੀਨ ਦੀ ਕੁਆਲਿਟੀ ਖਰਾਬ ਕਰ ਦਿੰਦੇ ਨੇ। ਅਤੇ ਇਸ ਕਰਕੇ ਉਹ ਨੈਮੇਟੋਡ ਇੱਕ ਵਾਰੀ ਜ਼ਮੀਨ ਖਰਾਬ ਹੋ ਗਈ ਤਾਂ ਫਿਰ ਜਿਹੜੀ ਉਹਨੂੰ ਠੀਕ ਕਰਨ ਨੂੰ ਕਾਫੀ ਟਾਈਮ ਲੱਗਦਾ, ਅਤੇ ਇਸ ਕਰਕੇ ਨਾ ਉਹਨੂੰ ਐਸੀ ਫਸਲਾਂ ਬੀਜਦੇ ਹਾਂ ਜਿਹਦੇ 'ਚ ਨੈਮੇਟੋਡ ਜਿਹੜਾ ਨਾ ਘੱਟ ਆਏ ਜਾਂ ਨਹੀਂ ਆਏ, ਅਤੇ ਮੂੰਗੀ ਜਿਹੜੀ ਇੱਕ ਅੱਛੀ ਚਾਈਸ ਹੈ ਜੀ। ਅਤੇ ਇਹਦੇ ਵਿੱਚ ਹਾਈਡਰੋਜਨ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਹੁੰਦਾ ਹੈ ਕਿ ਜ਼ਮੀਨ ਨੂੰ ਇੱਕ ਹੈਲਦੀ ਜਿਹੜਾ ਨਾਈਟ੍ਰੋਜਨ ਦੇ ਰਿਹਾ। ਨਾਈਟ੍ਰੋਜਨ ਦੇਖੋ, ਇਹਦੇ ਵਿੱਚ ਨਾਈਟ੍ਰੋਜਨ ਇਨਕਰੀਜ਼ ਹੋਣਾ, ਔਰ ਖਾਲੀ ਨਾਈਟ੍ਰੋਜਨ ਹੀ ਨਹੀਂ, ਇਹਦੇ 'ਚ ਜਿਹੜਾ ਨਾ ਆਰਗੈਨਿਕ ਮੈਟਰ ਇਨਕਰੀਜ਼ ਹੋਣਾ, ਸਾਇਲ ਦੀ ਕੁਆਲਿਟੀ ਬਣਨੀ ਹੈ। ਹਾਂ, ਅਤੇ ਸਾਇਲ ਦੀ ਕੁਆਲਿਟੀ ਜਿਹੜੀ ਫੇਵਰੇਬਲ ਬਣੇਗੀ ਅਤੇ ਅਗਲੀਆਂ ਕਰਾਪਸ ਜਿਹੜੀਆਂ ਨੇ ਅੱਛੀਆਂ ਹੋਣਗੀਆਂ ਜੀ। ਅੱਛਾ, ਤੁਸੀਂ ਇਸ ਤੋਂ ਬਾਅਦ ਜਦੋਂ ਜਿਵੇਂ ਇਹ ਤੁਹਾਡੀ ਆਪਣੀ ਮੂੰਗੀ ਜਿਹੜੀ ਹੈ ਇਹ ਪੱਕ ਜਾਂਦੀ ਹੈ, ਅਤੇ ਇਸ ਤੋਂ ਬਾਅਦ ਜਿਹੜੀ ਹੈ ਉਹ ਕਿਹੜੀ ਚੀਜ਼ ਲਾਉਣ ਦਾ ਪਲਾਨ ਹੈ? ਦੇਖੋ, ਅਕਸਰ ਤਾਂ ਮੈਂ 2 ਸਾਲਾਂ ਦੇ ਵਿੱਚ ਜਾਂ ਸਾਲ ਦੇ ਵਿੱਚ ਖੀਰੇ ਦੀ ਫਸਲ ਵੀ ਇਹਦੇ 'ਚ ਲੈਣਾ, ਜਿਹੜੀ ਪਾਲੀ ਹਾਊਸ ਦਾ ਖੀਰਾ ਹੁੰਦਾ ਉਹ ਅੱਛੀ ਪ੍ਰੋਫਿਟ ਅੱਛਾ ਦੇ ਜਾਂਦਾ ਵੈਸੇ ਉਹ। ਅਤੇ ਇਸ ਸਾਲ ਲੇਕਿਨ ਹਰ ਸਾਲ ਨਹੀਂ ਲੈਂਦਾ ਮੈਂ, ਤਾਂ ਕਿ ਨੈਮੇਟੋਡ ਨਾ ਬਣੇ, ਅਤੇ ਜਾਂ ਸਾਲ 'ਚ ਇੱਕ ਵਾਰੀ ਲੈਣਾ ਹੁੰਦਾ। ਅਤੇ ਇਸ ਦਫਾ ਮੈਂ ਮੂੰਗੀ ਟਰਾਈ ਕਰਦਾ, ਅਤੇ
ਇਹਦੇ ਬਾਅਦ ਜਿਹੜਾ ਨਾ ਹੋਰ ਆਰਗੈਨਿਕ ਮੈਟਰ ਵਧਾਉਣ ਵਾਸਤੇ ਈਵਨ ਓਟਸ ਜਿਹੜੀ ਆ ਨਾ, ਓਟਸ ਲਗਾ ਦਿਆਂਗਾ। ਉਹਦਾ ਜਿਹੜਾ ਹੋਏਗਾ ਨਾ, ਜਿਹੜੀ ਗਰੋਥ ਹੋਗੀ ਉਹ ਜ਼ਮੀਨ ਦੇ ਵਿੱਚ ਹੀ ਉਹਨੂੰ ਹਰਾ ਚਾਰਾ ਜਿਹੜਾ ਨਾ ਉਹਨੂੰ ਇਹਦੇ ਵਿੱਚ ਕਰ ਦਿਆਂਗੇ, ਜ਼ਮੀਨ ਦੇ ਵਿੱਚ ਕਰ ਦਿਆਂਗੇ। ਜਿਹਨੂੰ ਆਪਾਂ ਕਹਿੰਦੇ ਆ ਕਿ ਹਾਂ ਗ੍ਰੀਨ ਮੈਨਿਓਰ ਜਿਹੜਾ ਹੈ ਉਹ ਇਹਦੇ ਵਿੱਚ ਮਿਲ ਜਾਏਗਾ। ਹਾਂਜੀ। ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰ ਰਹੇ ਹਾਂ ਹੁਣ ਮਾਰਕੀਟਿੰਗ ਦੇ ਉੱਤੇ, ਫਿਰ ਗੱਲ ਦੁਬਾਰਾ ਰੁਕ ਜਾਂਦੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਪਹਿਲੀ ਵਾਰ ਦਫਾ ਜਿਹੜੀ ਹੈ ਲਾਈ ਹੈ, ਤੇ ਇਹਦੀ ਮਾਰਕੀਟਿੰਗ ਬਾਰੇ ਕੀ ਸੋਚਿਆ? ਡਾਇਰੈਕਟ ਮਾਰਕੀਟਿੰਗ ਹੋਏਗੀ ਜਾਂ ਕਿਵੇਂ ਕਰੋਗੇ? ਦੇਖੋ, ਮੂੰਗੀ ਦੀ ਜਿਹੜੀ ਹੈ ਨਾ ਹਮੇਸ਼ਾ ਹੀ ਮੰਗ ਪੰਜਾਬ ਦੇ ਵਿੱਚ ਹੈਗੀ ਹੈ, ਅਤੇ ਆਲਰੇਡੀ ਜਿਹੜੀ ਹੁਣ ਝਾੜ ਵੀ ਦੇਖੋ, ਅਗਰ ਇੱਕ ਖੱਤੇ ਦਾ ਝਾੜ ਜਿਹੜਾ ਮੂੰਗੀ ਦਾ ਜਿਹੜੀਆਂ ਵਰਾਇਟੀਆਂ ਹਨ, ਇੱਕ ਤਾਂ 60-70 ਦਿਨ ਦੇ ਵਿੱਚ 70 ਦਿਨ ਦੇ ਵਿੱਚ ਜਿਹੜੀ ਇਹ ਮੂੰਗੀ ਹੋ ਜਾਂਦੀ ਹੈ, ਔਰ ਲਗਭਗ ਜਿਹੜਾ ਨਾ 4 ਤੋਂ 6 ਕੁਇੰਟਲ ਮੂੰਗੀ ਜਿਹੜੀ ਹੈ ਹੋ ਜਾਂਦੀ ਹੈ ਇੱਕ ਖੱਤੇ ਦੀ। ਅਤੇ ਹੁਣ ਇਹਦੇ ਵਿੱਚ ਵੀ ਜਿਹੜਾ 1000 ਸਕੁਅਰ ਮੀਟਰ ਹੈ, ਅਤੇ ਲਗਭਗ ਜਿਹੜੀ ਹੈ ਨਾ 1500 ਕਿਲੋ ਜਿਹੜੀ ਇਹ ਮੂੰਗੀ ਹੋ ਹੀ ਜਾਣੀ ਇਹਦੇ ਵਿੱਚ ਜਿਹੜੀ ਹੈ। ਤਾਂ ਹੁਣ ਜਿਹੜੀ ਇਹ ਤਕਰੀਬਨ ਮੂੰਗੀ ਦਾ ਰੇਟ ਚੱਲ ਰਿਹਾ ਅਤੇ 70-80-90 ਰੁਪਏ ਜਿਹੜਾ ਨਾ ਹੋਲਸੇਲ ਦੇ ਵਿੱਚ ਚੱਲਦਾ, ਰਿਟੇਲ ਦੇ ਵਿੱਚ ਤਾਂ 150-200 ਚੱਲਦਾ ਹੈਗਾ, ਲੇਕਿਨ ਈਵਨ 100 ਰੁਪਏ ਵੀ ਚੱਲੇ ਤਾਂ ਤੁਹਾਨੂੰ ਜਿਹੜੀ 60-70 ਦਿਨਾਂ ਦੇ ਵਿੱਚ ਜਿਹੜੀ ਹੈ ਨਾ 15-20 ਹਜ਼ਾਰ ਦੀ ਫਸਲ ਜਿਹੜੀ ਹੈ ਉਹ ਤਾਂ ਹੋ ਜਾਂਦੀ ਹੈ ਇਹਦੇ ਵਿੱਚ। ਨਾਲੇ ਫਸਲ ਤੋਂ ਇਲਾਵਾ ਨਾਲੇ ਵੇਚਣ ਦੀ ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਮੂੰਗੀ ਜਿਹੜੀ ਹੈ ਖਰਾਬ ਨਹੀਂ ਹੁੰਦੀ, ਕੋਈ ਜਲਦੀ ਵੀ ਨਹੀਂ ਹੁੰਦੀ ਉਹਨੂੰ ਵੇਚਣੇ ਦੀ, ਇਹ ਤੁਸੀਂ ਸਾਲ ਭਰ ਵੀ ਰੱਖ ਸਕਦੇ ਹੋ। ਅਤੇ ਇਹ ਜਿਹੜੀ ਹੈ ਨਾ ਇਹਦੇ 'ਚ ਜਿਹੜੀ ਹੈ 100 ਰੁਪਏ ਤੱਕ ਜਿਹੜਾ ਨਾ 60-70 ਮਤਲਬ 70 ਤੋਂ ਲੈ ਕੇ 100 ਰੁਪਏ ਤੱਕ ਜਿਹੜਾ ਨਾ ਕੋਈ ਵੀ ਹੱਸ ਕੇ ਈਵਨ ਦੁਕਾਨਦਾਰ ਵੀ ਲੈ ਲੈਂਦੇ ਨੇ, ਕੋਈ ਐਸਾ ਚੱਕਰ ਨਹੀਂ। ਸੋ ਮਾਰਕੀਟ ਦੀ ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਸੀਂ ਥੋੜੀ ਲਾ ਰੱਖੀ, ਜਿਵੇਂ ਤੁਸੀਂ ਕਹਿੰਦੇ ਕਿ 1.5 ਕੁਇੰਟਲ ਨਿਕਲੇਗੀ, ਔਰ ਜੇ ਤੁਸੀਂ ਉਹਦਾ ਕੋਈ ਫਰਕ ਵੀ ਨਹੀਂ ਹੈ, ਤੁਸੀਂ ਸਾਲ ਬਾਅਦ ਵੇਚ ਲਓ। ਹਾਂ, ਕੋਈ ਫਸਲ ਇਹਦੇ 'ਚ ਫਰਕ ਨਹੀਂ ਪਿਆ। ਲੇਕਿਨ ਮੈਂ ਤਾਂ ਖੈਰ ਮੂੰਗੀ ਇਸ ਕਰਕੇ ਇਹ ਵੀ ਲਗਾਈ ਹੈ ਕਿਉਂਕਿ ਇਹਦੀ ਕੁਆਲਿਟੀ ਜਿਹੜੀ ਹੈ ਜ਼ਮੀਨ ਦੀ ਅੱਛੀ ਹੋਏ। ਜੀ। ਅੱਛਾ, ਓਵਰਆਲ ਜੇ ਆਪਾਂ ਪ੍ਰੋਫਿਟ ਦੀ ਗੱਲ ਕਰਦੇ ਹਾਂ, ਤੁਸੀਂ ਸਾਲ ਦੇ ਵਿੱਚ ਕਿੰਨਾ ਕੁ ਪ੍ਰੋਫਿਟ ਕੱਢ ਲੈਂਦੇ ਹੋ ਡਾਕਟਰ ਸਾਹਿਬ? ਕਿਉਂਕਿ ਜਿਹੜੇ ਸਾਨੂੰ ਦੇਖ ਰਹੇ ਨੇ ਕਿਸਾਨ ਭਰਾ, ਪ੍ਰੋਫਿਟ ਦੀ ਗੱਲ ਜਿਹੜੀ ਆ ਉਹ ਇਸ ਕਰਕੇ ਹੁੰਦੀ ਹੈ ਕਿਉਂਕਿ ਆਪਾਂ ਹੱਡ ਤੋੜ ਮਿਹਨਤ ਕਰਦੇ ਹਾਂ। ਤੁਸੀਂ ਵੀ ਜਿਵੇਂ ਹੁਣ ਇੱਥੇ ਬਹੁਤ ਮਿਹਨਤ ਕਰ ਰਹੇ ਹੋ, ਅਤੇ ਕਿੰਨਾ ਤੁਸੀਂ ਪ੍ਰੋਫਿਟ ਇੱਕ ਸਾਲ ਦੇ ਵਿੱਚ ਜਿਹੜਾ ਹੈ ਉਹ ਲੈ ਸਕਦੇ ਹੋ, ਜਨਰੇਟ ਕਰ ਸਕਦੇ ਹੋ? ਦੇਖੋ, ਪ੍ਰੋਫਿਟ ਡਿਪੈਂਡ ਕਰਦਾ, ਇਹ ਬਹੁਤ ਚੀਜ਼ਾਂ ਡਿਪੈਂਡ ਕਰਦਾ ਤੁਸੀਂ ਕਿਹੜੀ ਫਸਲ ਲਗਾਉਂਦੇ ਹੋ, ਕਦੋਂ ਲਗਾਉਂਦੇ ਹੋ। ਨੈਟ ਹਾਊਸ ਔਰ ਪੋਲੀ ਹਾਊਸਿਸ ਦਾ ਫਾਇਦਾ ਇਹ ਹੁੰਦਾ ਕਿ ਤੁਸੀਂ ਥੋੜ੍ਹੀ ਜਿਹੀ ਆਫ ਸੀਜ਼ਨ ਵੈਜੀਟੇਬਲ ਲੈ ਲੈਂਦੇ ਹੋ, ਜਾਂ ਆਫ ਸੀਜ਼ਨ ਜਾਂ ਹਾਈ ਵੈਲਿਊ ਕ੍ਰਾਪਸ ਲੈ ਲੈਂਦੇ ਹੋ, ਅਤੇ ਇਸ ਕਰਕੇ ਪ੍ਰੋਫਿਟ ਹੁੰਦਾ। ਜਦੋਂ ਹੁਣ ਮੰਡੀ ਦੇ ਵਿੱਚ ਸਾਰੀਆਂ ਫਸਲਾਂ ਸਾਰੀ ਫਸਲ ਇੱਕਦਮ ਪਹੁੰਚਦੀ ਹੈ ਤਾਂ ਉਹਦਾ ਰੇਟ ਨਹੀਂ ਹੁੰਦਾ। ਇਹਦੇ ਵਿੱਚ ਤੁਸੀਂ ਕੀ ਹੈ ਕਿ ਥੋੜ੍ਹਾ ਜਿਹਾ ਅਗੇਤੀ ਪਛੇਤੀ ਕਰ ਸਕਦੇ ਹੋ। ਹੁਣ ਇਹਦਾ ਖੀਰਾ ਜਿਹੜਾ ਤੁਸੀਂ ਜਦੋਂ ਅਗਰ ਪੋਲੀ ਹਾਊਸ ਦਾ ਖੀਰਾ ਤੁਸੀਂ ਜਦੋਂ ਲੈਂਦੇ ਹੋ, ਉਦੋਂ ਜਿਹੜਾ ਨਾ ਬਾਹਰ ਦਾ ਖੀਰਾ ਖਤਮ ਹੋ ਜਾਂਦਾ, ਅਤੇ ਇਹ ਜਿਹੜਾ ਨਾ ਤਕਰੀਬਨ 30 ਰੁਪਏ 50 ਰੁਪਏ ਤੱਕ 60 ਰੁਪਏ ਤੱਕ ਵੀ ਗਿਆ, 45 ਰੁਪਏ ਤੱਕ ਵੀ ਖੀਰਾ ਜਾਂਦਾ ਜੁਲਾਈ ਅਗਸਤ ਦੇ ਵਿੱਚ ਜਿਹੜਾ ਨਾ। ਅਤੇ ਪ੍ਰੋਫਿਟ ਤਾਂ ਹੁਣ ਇਹਦੇ ਵਿੱਚ ਇਹ ਹੈ ਕਿ ਤੁਸੀਂ ਸਪੋਜ਼ ਕਰੋ 1000 ਸਕੁਅਰ ਮੀਟਰ 'ਚ ਅਗਰ ਤੁਸੀਂ ਲਗਾਉਂਦੇ ਹੋ, ਅਤੇ ਇਹਦੇ 'ਚ ਕੋਈ 2 ਲੱਖ ਰੁਪਏ ਦਾ ਖੀਰਾ ਹੋ ਜਾਂਦਾ, ਜਿਹੜੀ ਤੁਹਾਡਾ ਖਰਚਾ ਹੁੰਦਾ ਤਕਰੀਬਨ 50-60 ਹਜ਼ਾਰ ਦਾ ਹੁੰਦਾ, ਅਤੇ 1-1.5 ਲੱਖ ਰੁਪਇਆ ਤੁਹਾਨੂੰ ਖੀਰੇ 'ਚ ਬਚ ਸਕਦਾ। ਇਸ ਤਰ੍ਹਾਂ ਹੁਣ ਅਸੀਂ ਮਿਨੀ ਟਿਊਬਰ ਲਗਾਉਂਦੇ ਹਾਂ, ਅਤੇ ਮਿਨੀ ਟਿਊਬਰ 'ਚ ਲਗਭਗ ਜਿਹੜਾ ਨਾ 2 ਲੱਖ ਰੁਪਇਆ ਮਿਨੀ ਟਿਊਬਰ 'ਚ ਵੀ ਬਚ ਜਾਂਦਾ ਹੈਗਾ। ਸੋ ਜੇ ਗੱਲ ਕਰੀਏ ਪ੍ਰੋਫਿਟ ਜਿਹੜਾ ਹੈ ਤੁਹਾਨੂੰ, ਜੇ ਸਾਲ ਦਾ ਮੈਂ ਗੱਲ ਕਰਾਂ ਤਾਂ 5-6 ਲੱਖ ਜਿਹੜਾ ਹੈ ਉਹ ਪ੍ਰੋਫਿਟ ਬਚਦਾ ਹੈ। ਹਾਂ, ਮਤਲਬ 3-4 ਲੱਖ 4 ਲੱਖ ਤੇ 3-4 ਲੱਖ ਪ੍ਰੋਫਿਟ ਹੋ ਜਾਂਦਾ। ਹਾਂ, ਲੇਕਿਨ ਟੋਟਲ ਸੇਲ ਜਿਹੜੀ ਹੈ ਤਕਰੀਬਨ 5 ਲੱਖ ਦੇ ਵਿੱਚ ਜਾਂਦੀ ਹੈਗੀ, ਪਰ ਉਹਦੇ ਵਿੱਚ ਇਹ ਹੈ ਕਿ ਜਿਹੜੇ ਬੰਦਿਆਂ ਦੀ ਜਿਹੜਾ ਰਹਿੰਦਾ ਇੱਥੇ ਚੌਕੀਦਾਰੀ ਹੈ ਉਹਨੂੰ ਵੀ ਦੇਣਾ। ਲੇਕਿਨ ਇਹ ਹੈ ਕਿ ਕੋਈ ਮੇਰੇ ਵਾਸਤੇ ਤਾਂ ਇੱਕ ਸ਼ੌਕ ਹੈ ਜੀ, ਬੇਸਿਕਲੀ ਮੈਂ ਜ਼ਿਆਦਾ ਪ੍ਰੋਫਿਟ ਵਾਸਤੇ ਨਹੀਂ ਕੇਅਰ ਕਰ ਰਿਹਾ, ਲੇਕਿਨ ਇਹ ਹੈ ਕਿ ਨੁਕਸਾਨਦੇਹ ਵੀ ਨਹੀਂ ਹੈ। ਮੈਂ ਇਹ ਸਵਾਲ ਇਸ ਲਈ ਪੁੱਛ ਰਿਹਾ ਸੀ ਬਾਰ-ਬਾਰ ਕਿਉਂਕਿ ਸਾਨੂੰ ਜਿਹੜੇ ਦੇਖ ਰਹੇ ਨੇ ਨਾ, ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਜੇ ਅਸੀਂ ਮਿਸ਼ਰਤ ਖੇਤੀ ਕਰ ਰਹੇ ਹਾਂ, ਜਾਂ ਨੈਟ ਹਾਊਸ ਲਾ ਰਹੇ ਹੋ, ਜਾਂ ਸ਼ੈੱਡ ਬਣਾ ਰਹੇ ਹੋ, ਪੋਲੀ ਹਾਊਸ ਕਰ ਰਹੇ ਹਾਂ, ਤਾਂ ਉਹਦੇ ਵਿੱਚ ਪ੍ਰੋਫਿਟ ਹੈਗਾ। ਬਿਲਕੁਲ ਪ੍ਰੋਫਿਟ ਹੈ, ਲੇਕਿਨ ਇਹ ਹੈ ਕਿ ਤਕਨੀਕ ਦੇ ਨਾਲ ਚੱਲਣਾ ਪਏਗਾ ਸਾਨੂੰ, ਕਿਉਂਕਿ ਤਕਨੀਕ ਜਿਹੜੀ ਹੈ, ਤਕਨੀਕ ਦੇ ਨਾਲ ਹੀ ਜਿਹੜੀ ਹੈ ਨਾ, ਅਗਰ ਟੈਕਨੋਲੋਜੀ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤਾਂ ਪ੍ਰੋਫਿਟ ਹੈ। ਮਿਸ਼ਰਤ ਖੇਤੀ ਦਾ ਇਹ ਫਾਇਦਾ ਹੈ ਕਿ ਤੁਸੀਂ ਥੋੜੀ ਜਗ੍ਹਾ ਦੇ ਵਿੱਚ ਭਾਂਤ-ਭਾਂਤ ਦੀਆਂ ਚੀਜ਼ਾਂ ਲਾ ਸਕਦੇ ਹੋ। ਜਿੱਥੇ ਮੈਂ ਖੜਾ ਇਸ ਟਾਈਮ, ਇਹ ਹੈ ਜਮੀ, ਜਿਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਓਟਸ ਕਹਿੰਦੇ ਹਾਂ। ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਵੀ ਹੈਲਥ ਕੌਨਸ਼ੀਅਸ ਇਨਸਾਨ ਹੈ, ਸਿਹਤ ਨੂੰ ਪ੍ਰਾਇਓਰਟੀ ਦਿੰਦਾ ਆ, ਉਹ ਸਵੇਰੇ ਬ੍ਰੇਕਫਾਸਟ ਦੇ ਵਿੱਚ ਓਟਸ ਖਾਂਦਾ ਆ। ਡਾਕਟਰ ਸਾਹਿਬ, ਜਦੋਂ ਆਪਾਂ ਓਟਸ ਦੀ ਗੱਲ ਕਰਦੇ ਹਾਂ, ਅਤੇ ਮੈਂ ਫਿਰ ਉਹੀ ਸਵਾਲ ਆ ਮੇਰਾ ਕਿ ਓਟਸ ਦੀ ਜਿਹੜੀ ਤੁਸੀਂ ਮਾਰਕੀਟ ਕਰਦੇ ਹੋ, ਇਹ ਔਖੀ ਤਾਂ ਨਹੀਂ ਹੁੰਦੀ? ਨਹੀਂ, ਔਖੀ ਨਹੀਂ ਹੈ।
ਇੱਕ ਤਾਂ ਓਟਸ ਮੈਂ ਉਨੀ ਲਗਾਉਣਾ ਜਿੰਨਾ ਮੇਰੇ ਆਪਣੇ ਗ੍ਰੀਨ ਮੈਨਿਓਰ ਵਾਸਤੇ ਕੰਮ ਆ ਜਾਂਦੀ, ਹਰੀ ਖਾਦ ਵਾਸਤੇ ਕੰਮ ਆਉਂਦੀ। ਦੂਸਰਾ ਮੇਰੇ ਕੋਲ ਅਗਰ ਕੋਈ 2-4 ਬੋਰੀ ਜਿਹੜੀ ਐਕਸਟਰਾ ਵੀ ਹੋ ਜਾਂਦੀ ਹੈ, ਤਾਂ ਉਹਦੀ ਜਿਹੜੀ ਹੈ ਮਾਰਕੀਟ ਜਿਹੜੀ ਹੈ ਬੜੀ ਆਰਾਮ ਨਾਲ 40 ਰੁਪਏ ਤੋਂ 60 ਰੁਪਏ ਕਿਲੋ ਜਿਹੜਾ ਨਾ ਵਿਕ ਜਾਂਦੀ ਹੈਗੀ ਹੈ। ਅਤੇ ਮਤਲਬ ਇਹਦੇ 'ਚ ਨੁਕਸਾਨ ਨਹੀਂ ਹੁੰਦਾ ਇਹਦੇ 'ਚ। ਵਾਕਈ ਨੁਕਸਾਨ ਕੋਈ ਨਹੀਂ ਆ, ਪਰ ਫਾਇਦਾ ਆ। ਔਰ ਜੇ ਅਸੀਂ ਕਹਿੰਦੇ ਹਾਂ ਕਿ ਫਸਲੀ ਚੱਕਰ ਅਪਣਾ ਲਈਏ ਤਾਂ ਮੈਨੂੰ ਲੱਗਦਾ ਕਿ ਕੋਈ ਘਾਟਾ ਨਹੀਂ ਹੈਗਾ। ਜੇ 2-2 ਏਕੜ ਕਰਕੇ ਜਾਂ 1-1 ਏਕੜ ਕਰਕੇ ਵੀ ਅਸੀਂ ਫਸਲੀ ਚੱਕਰ ਬਣਾਉਣਾ ਸ਼ੁਰੂ ਕਰ ਦਈਏ ਤਾਂ ਜ਼ਮੀਨ ਦੀ ਜਿਹੜੀ ਇੱਕ ਹੈਲਥ ਹੈ, ਇੱਕ ਸਿਹਤ ਹੈ, ਉਹ ਬਣੀ ਰਹੂਗੀ। ਡਾਕਟਰ ਸਾਹਿਬ, ਜਾਂਦੇ ਜਾਂਦੇ ਸਾਡੇ ਦੇਖਣ ਵਾਲਿਆਂ ਨੂੰ ਜੇ ਤੁਸੀਂ ਕੁਝ ਕਹਿਣਾ ਚਾਹੋ ਤਾਂ। ਹਾਂ, ਮੈਂ ਇਹੀ ਕਹਾਂਗਾ ਕਿ ਦੇਖੋ, ਖੇਤੀ ਦੇ ਵਿੱਚ ਬੜਾ ਮਜ਼ਾ, ਕੁਦਰਤ ਦੇ ਨਾਲ ਆਪਾਂ ਜੁੜੇ ਰਹਿੰਦੇ ਹਾਂ। ਔਰ ਦੂਸਰੀ ਗੱਲ ਇਹ ਹੈ ਕਿ ਦੇਖੋ, ਆਪਣਾ ਵੀ ਤੁਸੀਂ ਢਿੱਡ ਭਰਦੇ ਹੋ ਅਤੇ 4 ਬੰਦੇ ਹੋਰਾਂ ਦਾ ਵੀ ਢਿੱਡ ਭਰਦੇ ਹੋ, ਅਤੇ ਇਹ ਪੁੰਨ ਦਾ ਕਾਰਨ ਹੈ। ਔਰ ਆਦਮੀ ਜਿਹੜਾ ਨਾ, ਇਹ ਹੈ ਕਿ ਦੇਖੋ 4 ਬੰਦੇ ਨੂੰ ਰੋਜ਼ਗਾਰ ਵੀ ਮਿਲਦਾ। ਫਿਰ ਤੁਸੀਂ ਦੂਸਰੀ ਗੱਲ ਇਹ ਹੈ ਕਿ ਆਪਣੇ ਖਾਣ ਵਾਸਤੇ ਤਾਜ਼ੀ ਸਬਜ਼ੀ, ਤਾਜ਼ੀ ਚੀਜ਼ਾਂ, ਆਪਣਾ ਅਨਾਜ ਖੁਦ ਪੈਦਾ ਕਰ ਸਕਦੇ ਹੋ। ਜਿਹੜੀਆਂ ਤੁਹਾਨੂੰ ਪਤਾ ਹੈ ਕਿ ਇਹਦੇ 'ਚ ਅਸੀਂ ਜ਼ਹਿਰ ਨਹੀਂ ਇਸਤੇਮਾਲ ਕੀਤੇ, ਤੇ ਅੱਛੀ ਆਰਗੈਨਿਕ ਵੀ ਕਰ ਸਕਦੇ ਹੋ ਤੁਸੀਂ। ਔਰ ਇੱਕ ਮੈਂ ਤਾਂ ਚਲੋ ਰਿਟਾਇਰਮੈਂਟ ਬਾਅਦ ਖੁਸ਼ ਰਹਿਣਾ ਐਗਰੀਕਲਚਰ ਦੇ ਵਿੱਚ ਕਿ ਚਲੋ ਮੇਰੇ ਨਾਲ ਜਿਹੜਾ ਨਾ 4 ਬੰਦੇ ਹੋਰ ਵੀ ਜਿਹੜੇ ਨੇ ਆਪਣੀ ਰੋਟੀ ਖਾ ਰਹੇ ਨੇ। ਆਰ ਕੇ ਅਰੋੜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਸਮਾਂ ਦਿੱਤਾ। ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਬੜਾ ਮੈਨੂੰ ਅੱਛੀ ਲਗਾ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਫਿਰ ਵੀ ਆਓ ਕਿਸੇ ਵੇਲੇ। ਜ਼ਰੂਰ, ਅਸੀਂ ਘੁੰਮਦੇ ਰਵਾਂਗੇ। ਔਰ ਤੁਹਾਡਾ ਵੀ ਬਹੁਤ ਧੰਨਵਾਦ ਦੇਖਣ ਦੇ ਲਈ। ਔਰ ਲਗਾਤਾਰ ਮੈਂ ਤੁਹਾਡੇ ਲਈ ਇੱਦਾਂ ਦੀਆਂ ਕੜੀਆਂ ਲੈ ਕੇ ਆਉਂਦਾ ਰਵਾਂਗਾ। ਕੈਮਰਾਮੈਨ ਅਭੀ ਦੇ ਨਾਲ ਮੈਂ ਜਤਿੰਦਰ ਸਿੰਘ ਖਹਿਰਾ, ਟੀਵੀ ਪੰਜਾਬ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।